माशाल्लाह। अस्सलाम वालेकुम। वाह जी अस्सलाम वालेकुम जी। बड़ा प्यार दिता जी बुजुर्गों ने, बड़ी इज्जत। क्या बात है जी। अंजम भाई ये रीत है पिंडां दे। हाँ ये बहुत चंगा लगता कि आप डेरे हवेलियां तो तुसीं तो है ही इस काम दे नाल जुड़े हो। अच्छा जी। छुट्टी जाने की कोई नहीं भाई अंजम सरोया साहब माशाल्लाह सरोया साहब बड़ी खुशी हुई सानू मिल के ਤੁਸੀਂ ਆਏ ਹੋ ਸਪੈਸ਼ਲ माशाल्लाह भाई साहब शाह साहब अस्सलाम वालेकुम सर बड़ी खुशी हुई सानू मिल के सर माशाल्लाह दोनों इकट्ठे हो ना जी ਇਹਨੇ ਫੁੱਲ ਵੀ ਫੜਨੇ ਸੋਇਆ ਸਾਹਿਬ ਇੱਕ ਮਿੰਟ ਗੁਰਦਾਸ ਸਾਹਿਬ ਜਾਣਾ ਸरोया ਸਾਹਿਬ ਤੁਹਾਡੇ ਦੋਨਾਂ ਭਾਈਆਂ ਲਈ ਮਾਸ਼ਾल्लाह ਫੁੱਲ ਹੈ ਜੀ ਸਾਡੇ ਸਾਡੀ ਲੜਾਈ ਪੈ ਜਾਣੀ ਹੈ ਇਹ, ਮਤਲਬ ਤੇਰੇ ਆ ਕਿ ਮੇਰੇ ਆ? कोई मेरी साइड से ਇਹ ਜੈਨੂਅਲੀ ਹੈ ਹੀ ਮਤਲਬ ਸਾਹਿਬ ਦੇ ਤੁਹਾਡੇ ਇਹ ਸਹੀ ਪਾਸੇ ਆ ਗਏ ਇੱਧਰ ਆ ਜੀ। ਥੈਂਕ ਯੂ ਵੈਰੀ ਮਚ ਤੁਹਾਡੇ ਪਿਆਰ ਨਾ 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 ਨਹੀਂ ਯਾਰ, ਨਾ ਨਾ ਯਾਰ। ਹਾਂ ਬੈਠੋ ਬਦਵਾ ਸਾਈਜ਼ ਕਰਨਾ ਸਪੀਕਰ ਤਾਂ ਦਿਓ ਜੀ। ਉਹਦਾ ਮੈਚ ਬੰਦ ਕਰ ਦੇ ਮੈਂ ਵਰ ਕੇ ਇਧਰੋਂ ਕਰਨਾ ਕੱਟ ਸਰ। ਅੱਛਾ ਬਹਿ ਜਾਓ ਉਧਰ ਬ੍ਰੇਕ ਹੈ ਜਾਂ ਕੋਈ ਹੋਰ ਸੇ ਆਇਆ ਇੱਧਰ ਆ ਜਾ ਬਾਬਾ ਮੈਂ ਕਿਹਾ ਪਤਾ ਨਹੀਂ ਕੋਈ ਹੋਰ ਸਪੀਕਰ ਲਾਤਾ ਭਾਜੀ ਭਾਈ ਅੰਜਮ ਉਹਨਾਂ ਦੇ ਲੱਗਿਆ ਹੈ ਜੀ ਓਕੇ ਚਾਚਾ ਜੀ ਆ ਜਾਓ ਬੈਠੋ ਆ ਜਾਓ ਚਾਚਾ ਜੀ ਬੈਠੋ ਅਸੀਂ ਇੱਧਰ ਆ 390 ਮੈਂ ਨਹੀਂ अस्सलाम वालेकुम। ਚੱਲ ਇੱਕ ਮਿੰਟ ਸਰ ਇੱਕ ਮਿੰਟ ਸਾਰੇ ਬੈਠੋ ਡਨ ਓਕੇ ਹੁਣ ਇੱਥੇ ਆਏ ਮੜ ਜਾਣਾ ਉਹ ਉਧਰਲਾ ਬਸ ਤੂੰ ਆਪਣੇ ਹਿਸਾਬ ਨਾਲ ਬਣਾ ਲਾ ਡਨ ਕਰੀ ਬੋਸ ਚਾਲੂ। ਭਾਈ ਜਾਨ अस्सलाम वालेकुम जी। ਸਿਆਣੇ ਕਹਿੰਦੇ ਆ ਵੀ ਸੱਪ ਜਿੱਡਾ ਵੀ ਪੋਲਾ ਹੋਵੇ ਨਾ ਜ਼ਹਿਰ ਦੰਦਾਂ 'ਚ ਹੁੰਦਾ। ਬਈ ਅਸੀਂ ਤੁਸੀਂ ਦੇਖ ਰਹੇ ਆ ਵੀ ਨਾ ਤਾਂ ਅਸੀਂ ਉਮਰੇ ਤੋਂ ਆਏ ਆ ਹਾਂਜੀ, ਇਹਨਾਂ ਨੂੰ ਹਾਰ ਇਹ ਸਿਰਫ ਕੀ ਆ ਵੀ ਸਾਡੇ ਰਹਿਤਲ ਬੈਤਲ ਸਾਡੇ ਵਸੇਬ ਦੀ ਗੱਲ ਆ, ਆਪਦੀ ਤਹਿਸੀਲ ਦੇ ਵਿੱਚ ਹੀ ਬੈਠੇ ਆ। ਸਾਡੇ ਯੂਕੇ ਤੋਂ ਭਰਾ ਆਏ ਆ, ਅਸ਼ਫਾਕ ਸਾਹਿਬ ਆਏ ਜੀ ਸਾਡੇ ਯੂਕੇ ਤੋਂ, ਭਰਾ ਸਾਡੇ ਜੀ, ਤੇ ਇਹ ਬਲਾਗਰ ਵੀ ਆ ਤੇ ਇਹਨਾਂ ਨੇ ਸਾਨੂੰ ਖਸੂਸੀ ਤੌਰ ਤੇ ਸੱਦਿਆ ਤੇ ਸਾਡੀ ਇੱਜ਼ਤ ਕੀਤੀ, ਅਫਜ਼ਾਈ ਸਾਡੇ ਬਜ਼ੁਰਗਾਂ ਦੇ ਹੱਥਾਂ ਚੋਂ ਸਾਨੂੰ ਹਾਰ ਪਵਾਏ ਜੀ, ਫੁੱਲ ਇਹਨਾਂ ਨੇ ਪੇਸ਼ ਕੀਤੇ। ਇਹ ਕਿੱਡੀ ਪਿਆਰ ਦੀ ਕਿੱਡੀ ਮੁਹੱਬਤ ਦੀ ਗੱਲ ਆ ਜੀ। ਇਸ ਨਾ ਜੀ ਕਿਸੇ ਵੱਡੀ ਕੋਠੀ ਦੇ ਵਿੱਚ ਨਾ ਕੋਈ ਚੋਰ ਆ ਗਏ ਅੱਛਾ ਜੀ ਤੇ ਉਹ ਚੋਰ ਆ ਕੇ ਬੈਠੇ ਸੋਫੇ ਤੇ, ਉਹਨੂੰ ਕਹਿੰਦੇ ਵੀ ਬੰਦੂਕਾਂ ਕੋਲ। ਆਖਿਆ ਜੀ ਐਵੇਂ ਖੱਪ ਨਹੀਂ ਪਾਣੀ, ਇੱਥੇ ਆ ਕੇ ਬੈਠੋ। ਹੁਣ ਉਹ ਕੱਲੀ ਕੱਲੀ ਸ਼ਾ ਆਪੇ ਹੀ ਦੱਸੀ ਜਾਣ ਜੀ। ਚੋਰ ਚੋਰ ਵੀ ਫਲਾਣੀ ਮੁੰਦਰੀ ਉਹਦੇ ਚ ਰੱਤੇ ਨਾਗ ਲਾਲ ਨਾਗਾ ਵਿੱਚ ਉਹ ਲੈ ਕੇ ਆ ਹੈ ਤੇ ਫਲਾਣੀ ਸ਼ਾ ਫਲਾਣੀ ਥਾਂ ਤੇ ਪਈ ਉਹ ਲੈ ਕੇ ਆ। ਇੱਕ ਚੋਰ ਕਹਿੰਦਾ ਆਖਿਓ ਜਿਹੜਾ ਕੇਕ ਕੱਲ ਲਿਆਂਦਾ ਸੀ ਨਾ ਉਹ ਅੰਬ ਦੇ ਜ਼ੈਕੇ ਵਾਲਾ, वाह जी वाह। ਉਹ ਤੁਸੀਂ ਅੱਧਾ ਖਾ Mango ਲਿਆ ਸੀ। flavor। ਹਾਂ ਹਾਂ ਜੀ ਅੱਧਾ ਖਾ ਲਿਆ ਸੀ, ਅੱਧਾ ਰਹਿ ਗਿਆ ਸੀ, ਉਹ ਅੱਧਾ ਕਿੱਥੇ ਉਹ ਵੀ ਲੈ ਕੇ ਆਓ। ਅੱਛਾ ਜੀ ਉਹ ਜਨਾਨੀ ਬੜੀ ਹੈਰਾਨ ਹੋਈ ਵੀ ਇਹਨਾਂ ਨੂੰ ਕੱਲੀ ਕੱਲੀ ਸ਼ਾਇਦ ਆ ਪਤਾ। ਉਹ ਕਹਿੰਦੇ ਵੀ ਸ਼ਾਇਦ ਅਸੀਂ ਤੁਹਾਨੂੰ ਸਾਰੀਆਂ ਲਿਆ ਕੇ ਦਿੰਨੇ, ਪਰ ਤੁਸੀਂ ਇਹ ਦੱਸੋ ਵੀ ਤੁਹਾਨੂੰ ਇਹ ਵੀ ਪਤਾ ਵੀ ਅਸੀਂ ਕੇਕ ਅੰਬ ਵਾਲਾ ਖਾਦਾ ਤੇ ਕੱਲੀ ਕੱਲੀ ਸ਼ਾਇਦ ਸਾਡੇ ਘਰ ਦੀਆਂ ਗੱਲਾਂ ਤੁਹਾਨੂੰ ਕਿਉਂ ਪਤਾ? ਉਹ ਕਹਿੰਦਾ ਵੀ ਅਸੀਂ ਸਨੈਪਚੈਟ ਤੇ ਤੇਰੇ ਨਾਲ ਅਕੇ ਰਲੇ ਹੋਏ ਅੱਜ ਦੌਰ ਐਸਾ ਵੀ ਬੰਦੇ ਕੋਈ ਸ਼ੈ ਵੀ ਹੋਵੇ ਉਹ ਚੜਾਉਂਦੇ ਆ ਨੈਟ ਰਲ ਜਾਂਦੇ ਆ ਵੀ ਕੋਈ ਕਿਆ ਖਾਦੀ ਆ ਤਾਂ ਵੀ ਕੋਈ ਸ਼ੈ ਨਹੀਂ ਖਾਦੀ ਤਾਂ ਵੀ। ਤੇ ਅਸੀਂ ਤਾਂ ਫਿਰ ਦੂਏ ਪਿੰਡ ਆਏ ਆ ਜੀ। क्या बात। ਅਸੀਂ ਤਾਂ ਫਿਰ ਸਾਰੀ ਤਾਂ ਕਰਕੇ ਤੁਹਾਨੂੰ ਵੀ ਵਿੱਚ ਸਾਂਝ ਚ ਪਾਇਆ ਤੇ ਨਾਲ ਰਲ ਕੇ ਦਿਖਾ ਰਹੇ ਆ ਤੇ ਤੱਕ। ਮੈਂ ਜੀ ਅਸ਼ਫਾਕ ਸਾਹਿਬ ਨਾਲ ਸਪੀਕਰ ਤੁਹਾਨੂੰ ਦਿੱਤਾ ਹੈ, ਅਸ਼ਫਾਕ ਸਾਹਿਬ ਨਾਲ ਕੋਈ ਦੋ ਚਾਰ ਗੱਲਾਂ ਕਰਦੇ ਆ ਜੀ। ਸਾਡੇ ਪ੍ਰਦੇਸ਼ ਦੇ ਵਿੱਚੋਂ ਇਹ ਸਾਡੇ ਭਰਾ ਹੈ ਜੀ ਯੂਕੇ ਦੇ ਵਿੱਚੋਂ। ਤੇ ਅਸ਼ਫਾਕ ਸਾਹਿਬ ਕੀ ਹਾਲ ਚਾਲ ਹੈ ਜੀ? ਨੰਬਰਦਾਰ ਸਾਹਿਬ ਇੱਥੇ ਆਓ, ਸਾਡੇ ਕੋਲ ਆਓ ਤੁਸੀਂ ਇੱਥੇ। ਹਾਂ ਕੋਈ ਨਹੀਂ, ਇੱਥੇ ਬੜੀ ਥਾਂ ਇਹ ਕਿ ਮਤਲਬ ਕਿਹੜਾ ਇੰਨੀ ਥਾਂ ਲੈਂਦਾ। ਪਿੱਛੇ ਨੂੰ ਆ ਜਾਓ ਸਾਰੀ ਮੰਜੀ ਨੇ ਕੋਈ ਜਵਾਈ ਨਹੀਂ ਗੱਲ ਮੈਂ ਤੁਸੀਂ ਥੋੜਾ ਪਿੱਛੇ ਆਏ ਤਾਂ ਕਿ ਨਾ ਸਾਰੇ ਆ ਸਾਰੇ ਵਿੱਚ ਉਹ ਉਸ ਚਾਰ ਪੈ ਤੇ ਹੋ ਜਾਓ बड़े भाई ਇੱਧਰ ਆ ਜਾਓ ਹਾਂ ਮੈਂ ਬਜ਼ੁਰਗੋ ਪਾਣੀ ਸਾਈਡ ਚਲੋ ਪਿੱਛੋਂ ਦੀ ਪਿੱਛੋਂ ਦੀ ਹਾਏ 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 ਆ ਬਜ਼ੁਰਗ ਕਸ਼ਮੀਰ ਤੁਸੀਂ ਅੱਗੇ ਆਓ ਉਹਨਾਂ ਨੂੰ ਪਿੱਛੇ ਕਰ ਲਓ। ਨਹੀਂ ਨਹੀਂ ਫਿਰ ਰੋਲਾ ਹੋ ਜਾਣਾ, ਫਿਰ ਰੋਲਾ ਹੋ ਜਾਣਾ। मैं तो भाई बोलना नहीं बेच मैं तो बोलना ਨਹੀਂ ਨਹੀਂ ਤੁਸੀਂ ਆ ਜਾਓ ਜੀ ਤੁਸੀਂ ਇੱਧਰ ਪੂਰੇ ਆਓ ਨਾ ਓਕੇ ਤੁਸੀਂ ਪਹਿਲੇ ਇਦਾਂ ਕਰੋ ਨਾ, ਨਾਂ ਯਾਦ ਕਰ ਲਓ। ਅਸ਼ਫਾਕ ਆਪਣੇ ਇਹਨੇ ਮੇਰੇ ਕੋਲ छेती वाली शफाक ਭਾਜੀ ਹੋਰਾਂ ਨੂੰ 33 ਵਾਰੀ ਅਸ਼ਫਾਕ ਹੋ ਗਿਆ। ਤੇ ਇਹਨਾਂ ਜੀ ਦੇਖੋ ਸਾਡੇ ਧੋਤੀਆਂ ਵਾਲੇ ਪੱਗਾਂ ਵਾਲੇ ਸਾਡੇ ਬਜ਼ੁਰਗ ਬੈਠੇ ਆ, ਜਿਹੜੀ ਸਾਡੀ ਪਛਾਣ ਆ। ਇਦਾਂ ਹੀ ਹਾਂ ਇਹ ਸਾਡੀ ਪਛਾਣ ਆ ਇਹ। ਤੇ ਸਾਫਿਆਂ ਵਾਲੇ
ਤੇ ਆਪਣਾ ਅਸ਼ਫਾਕ ਸਾਹਿਬ ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ। ਸਭ ਤੋਂ ਪਹਿਲੇ ਜੀ ਅਸਲਾਮ ਅਲੈਕੁਮ ਤੁਹਾਡੇ ਸਾਰੇ ਭਰਾਵਾਂ ਦਾ ਥੈਂਕ ਯੂ। ਕੈਮਰਾ ਆਪਣਾ ਵਿਚਲਾ ਜਿੰਨੇ ਸਾਡੇ ਵਿਊਜ਼ ਦੇਖਣ ਦੇ ਅੰਜਮ ਸਰੋਇਆ ਸਾਹਿਬ ਦਾ ਅਫੀਸ਼ੀਅਲ ਚੈਨਲ ਆ, ਉਧਰ ਸਾਡਾ ਅਫੀਸ਼ੀਅਲ ਚੈਨਲ ਆ ਇਸ਼ਫਾਕ ਅਹਿਮਦ ਅਫੀਸ਼ੀਅਲ, ਤੇ ਜਿੰਨੇ ਵੀ ਸਾਡੇ ਭਾਈ ਇਕੱਠੇ ਹੋਏ ਆ, ਸਪੈਸ਼ਲੀ ਭਾਈ ਸਬਦੇ ਸ਼ਾਹ ਸਾਹਿਬ, ਅੰਜਮ ਸਾਹਿਬ ਸਰੋਇਆ ਸਾਹਿਬ ਤੇ ਆਪਣੇ ਭਾਈ ਫਾਹਲ ਲੰਬੜਦਾਰ ਸਾਹਿਬ ਆਏ ਆ ਸਾਡੇ ਕੋਲੇ। ਇਹਨਾਂ ਨੇ ਸਾਨੂੰ ਮਾਣ ਬਖਸ਼ਿਆ ਜੀ, ਤੁਸੀਂ ਆਏ ਹੋ। ਤੁਸੀਂ ਕਹਿ ਲਓ ਕਿ ਪੰਜਾਬੀ ਦਾ ਇੱਕ ਲਾੜਾ, ਉਹ ਪੰਜਾਬੀ ਤੁਹਾਡੇ ਨਾਂ ਤੋਂ ਬੋਲੀ ਜਾਂਦੀ ਹੈ। ਜਿੱਥੇ ਪੰਜਾਬੀ ਦਾ ਜ਼ਿਕਰ ਹੁੰਦਾ ਨਾ ਭਾਈ ਅਮਜਦ, ਉੱਥੇ ਸਰੋਇਆ ਸਾਹਿਬ ਤੇ ਭਾਈ ਸਬਦੇ ਸ਼ਾਹ ਸਾਹਿਬ ਦਾ ਚਿਹਰਾ ਆਪ ਹੀ ਅੱਖਾਂ ਅੱਗੇ ਆ ਜਾਂਦਾ। ਇਹਨਾਂ ਨੇ ਸਾਡੀ ਪੰਜਾਬੀ ਨੂੰ ਨਾ ਜ਼ਿੰਦਾ ਰੱਖਿਆ ਵਾ। ਅਸੀਂ ਓਵਰਸੀਜ਼ ਜਿੰਨੇ ਇੰਗਲੈਂਡ ਦੇ ਵਿੱਚ ਬੈਠੇ ਹੋਏ ਆ, ਜਦੋਂ ਇਹਨਾਂ ਦੀਆਂ ਪੰਜਾਬੀ 'ਚ ਮਿੱਠੀਆਂ ਮਿੱਠੀਆਂ ਗੱਲਾਂ ਸੁਣੀ ਦੀਆਂ ਨਾ, ਦਿਲ ਖੁਸ਼ ਹੋ ਜਾਂਦਾ ਚੇਸਾ। ਤੇ ਭਾਈ ਸਬਦੇ ਸ਼ਾਹ ਸਾਹਿਬ ਮਾਸ਼ਾਅੱਲਾ ਕਬੱਡੀ ਦੀ ਬੜੀ ਅੱਛੀ ਕਮੈਂਟਰੀ ਕਰਦੇ ਆ। ਇਹ ਸ਼ਾਇਰੀ ਬੜੀ ਅੱਛੀ ਕਰਦੇ, ਇਹਨਾਂ ਦੀ ਅਸੀਂ ਸ਼ਾਇਰੀ ਬੜੀ ਸ਼ੌਕ ਨਾਲ ਸੁਣੀ ਦੀ ਹੈ ਜੀ। ਤੇ ਭਾਈ ਸਬਦੇ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਸੀਂ ਆਏ ਸਾਡੇ ਕੋਲ, ਸਾਨੂੰ ਮਾਣ ਬਖਸ਼ਿਆ। ਇਹ ਜੀ ਸ਼ਫਾਕ ਸਾਹਿਬ ਇਹਨਾਂ ਨਾਲ ਹਾਸਾ ਮਖੌਲ ਵੀ ਕਰ ਲਈਦਾ, ਸਾਡੇ ਭਰਾ ਵੀ ਆ ਜੀ ਤੇ ਸਾਡੇ ਉਸਤਾਦ ਵੀ ਆ ਜੀ, ਤੇ ਇਹਨਾਂ ਦਾ ਇਹ ਪਿਆਰ। ਤੁਸੀਂ ਗੱਲ ਕੀਤੀ ਆ ਹਾਸੇ ਮਖੌਲ ਵੀ, ਆਪਣੇ ਘਰਾਂ ਤੋਂ ਦੂਰ ਬੈਠੇ ਆ, ਜੇ ਕਿਸੇ ਦੀ ਸਾਡੀ ਗੱਲ ਸੁਣ ਕੇ ਜਾਂ ਕਿਸੇ ਦੇ ਪਸੰਦ ਆਉਂਦੀ ਹੈ, ਜੇ ਕੋਈ ਹੱਸ ਪੈਂਦਾ ਤੇ ਇਸ ਤੋਂ ਵੱਡੀ ਗੱਲ ਕੋਈ ਨਹੀਂ। ਇਸ ਟਾਈਮ ਮੁਲਕ ਦੇ ਹਾਲਾਤ ਤਾਂ ਤੁਹਾਡੇ ਸਾਹਮਣੇ ਹੀ ਆ, ਬੰਦੇ ਕਿੱਦਾਂ ਦੁਖੀ ਹੋਏ ਹੋਏ ਆ, ਖਾਸ ਕਰ ਸਾਡੇ ਪਿੰਡਾਂ ਵਾਲੇ ਜਿਨ੍ਹਾਂ ਨੂੰ ਕੋਈ ਪਰਤ ਕੇ ਕਿਸੇ ਨੇ ਦੇਖਿਆ ਹੀ ਨਹੀਂ। 76 ਸਾਲ ਹੋ ਗਏ, ਕਿਸੇ ਨੇ ਪਰਤ ਕੇ ਹੀ ਨਹੀਂ ਵੇਖਿਆ। ਕਿਸੇ ਨੇ ਡਾਕਟਰ ਕੋ ਬੰਦਾ ਗਿਆ, ਉਹ ਕਹਿੰਦਾ ਵੀ ਨਾ ਮੇਰੀ ਪਰੇਸ਼ਾਨੀ ਨਹੀਂ ਜਾਂਦੀ, ਉਹ ਦਿਮਾਗ ਦਾ ਡਾਕਟਰ ਸੀ, ਤੇ ਉਹ ਕਹਿੰਦਾ ਵੀ ਅੱਛਾ ਤੈਨੂੰ ਦਵਾਈ ਦਿੰਦਾ। ਉਹਨੇ ਦਵਾਈ ਦਿੱਤੀ, 8 ਦਿਨਾਂ ਦੀ ਦਵਾਈ, 8 ਦਿਨ ਦੀ ਦਵਾਈ ਖਾ ਕੇ ਉਹ ਆ ਗਿਆ। ਉਹਨੇ ਆ ਕੇ ਕਿਹਾ ਵੀ ਯਾਰ ਡਾਕਟਰ ਸਾਹਿਬ ਮੈਨੂੰ ਆਰਾਮ ਨਹੀਂ ਆਇਆ। ਉਹਨੇ ਫਿਰ 8 ਦਿਨਾਂ ਦੀ ਹੋਰ ਸਖਤ ਗੋਲੀਆਂ ਦਿੱਤੀ। ਹਾਂ, ਦਵਾਈ ਦਾਰੂ ਦਿਆ। ਉਹ 8 ਦਿਨਾਂ ਬਾਅਦ ਫਿਰ ਆ ਗਿਆ, ਕਹਿੰਦਾ ਜੀ ਫਰਕ ਨਹੀਂ ਪਿਆ ਵੀ ਇਹਦੇ ਨਾਲ। ਉਹ ਕਹਿਣ ਲੱਗਾ ਬਈ ਇੱਥੇ ਨਾ ਥੀਏਟਰ ਲੱਗਦਾ ਆਪਣੇ ਸ਼ਹਿਰ ਦੇ ਵਿੱਚ। ਮੈਂ ਵੀ ਕਹਿੰਦਾ ਜਦੋਂ ਬਹੁਤਾ ਪਰੇਸ਼ਾਨ ਹੁੰਨਾ ਨਾ ਤੇ ਉਹ ਥੀਏਟਰ ਦੇਖ ਕੇ ਆਣਾ। ਉਹ ਥੀਏਟਰ ਦੇ ਵਿੱਚ ਕਹਿੰਦਾ ਵੀ ਇੱਕ ਨਾ ਮਖੌਲੀਆ ਜਿਹਨੂੰ ਸਾਦੇ ਆ ਜੋਕਰ ਆ, ਤੇ ਉਹਦੀ ਸ਼ਕਲ ਨਹੀਂ ਪਛਾਣ ਹੁੰਦੀ, ਉਹਨੇ ਰੰਗ ਰੁੰਗ ਭਰੇ ਹੁੰਦੇ ਆ, ਪਰ ਕਹਿੰਦਾ ਉਹ ਵੀ ਤੂੰ ਵੇਖ ਲੇਗਾ ਨਾ ਤੇਰੀ ਸਾਰੀ ਪਰੇਸ਼ਾਨੀ ਗੋਲੀਆਂ ਨਾਲ ਨਹੀਂ ਗਈ ਤੇ ਉਹਦੇ ਨਾਲ ਜਾਊਗੀ, ਵੀ ਤੇਰੀਆਂ ਵੱਖੀਆਂ ਪਾਟ ਜਾਣਗੀਆਂ ਹੱਸ ਹੱਸ ਕੇ। ਤੇ ਉਹ ਅੱਗੋਂ ਜੋਕਰ ਨੂੰ ਵੇਖ ਕੇ ਅੱਛਾ ਐਸਾ ਦਾ ਕਰ ਤੇ ਉਹ ਅੱਗੋਂ ਬਣਾ ਸਵਾਰ ਕੇ ਡਾਕਟਰ ਨੂੰ ਕਹਿੰਦਾ ਜੀ ਉਹ ਜੋਕਰ ਮੈਂ ਹੀ। ਹਾਏ ਬੰਦੇ ਦੁਖੀ ਹੋਏ ਪਏ ਅੰਦਰੋਂ। ਪਰ ਸਾਡੇ ਪੰਜਾਬੀਆਂ ਦਾ ਵਾਅਦਾ ਇਹ ਆ ਵੀ ਜਿੰਨੇ ਵੀ ਸਤਾਏ ਹੋਏ ਹੋਣ ਨਾ, ਇਹ ਸ਼ੁਗਲ ਮੇਲਾ ਹਾਸਾ ਮਖੌਲ ਆਪਣਾ ਲਾਈ ਰੱਖਦੇ। ਮੂਵ ਹੋ ਕੇ ਸਕਰੀਨ ਵੀ ਚੇਂਜ ਕਰੀ ਜਾਓ ਨਾ, ਕੈਮਰਾ ਇੱਕ ਜਗ੍ਹਾ ਨਾ ਸਟੇਬਲ ਕਰ ਉਹਨੂੰ ਬਾਅਦ ਚਲਾਉਣਾ ਜਾਂ ਥੋੜਾ ਜਿਹਾ ਚਲਾ ਕੇ ਵੇਖੋਗੇ? ਨਹੀਂ, ਉਹਨੂੰ ਚੱਲਦਾ ਰਹਿਣ ਤੋਂ ਚਲੀ ਜਾਣ ਲੱਗੇ। ਦੇਖ ਨਾ ਉਹ ਗੇਅਰ ਵੀ ਲੱਗਾ ਇੱਥੇ ਡੇਰੇ ਦੇ ਉੱਤੇ ਅਸੀਂ ਬੈਠੇ ਆ ਨਾ, ਇੱਕ ਜਗ੍ਹਾ ਡਿੱਗ ਜੇ ਦੇਸੀ ਲੱਗਾ ਇਹ ਤਾਂ ਜੱਟ ਦਾ ਮੂਵ ਕਰੀ ਆਇਸਾ ਕਰਕੇ ਉਹਦੀ ਗੱਲ ਕਰਨੀ ਲੱਗ ਲਿਆ ਕਿ ਸਾਰੇ ਗੱਲਾਂ ਦੀ ਗੱਲ ਕਰ ਬਾਅਦ ਵਿੱਚ ਤਾਂ ਜੇ ਤੇ ਰੋਕੇ ਦੇ ਇਹ ਕਿੰਨਾ ਵੀਡੀਓ ਬਣਾ ਰਿਹਾ ਉਹ ਸਾਰੇ ਇਧਰ ਹੈਲੋ ਬਣਾਉਣ ਲੱਗੇ ਇੱਕ ਨੂੰ ਅੱਛਾ ਜੀ, ਗੱਲ ਕਰਦੇ ਸੀਗੇ ਜਿਹੜਾ ਆਪਣਾ ਅਸ਼ਫਾਕ ਸਾਹਿਬ ਆਪਣੇ ਪਿੰਡ ਨਾਲ ਜੁੜੇ ਆ, ਆਪਣੇ ਡੇਰੇ ਦੇ ਉੱਤੇ ਸੱਦਿਆ। ਇਦਾਂ ਮਾਸ਼ਾਅੱਲਾ ਕੋਠੀ ਵੀ ਇਹਨਾਂ ਕੋ, ਪਰ ਆਪ ਦੇ ਡੇਰੇ ਦੇ ਉੱਤੇ ਸਾਨੂੰ ਬੜੀ ਖੁਸ਼ੀ ਹੋਈ ਕਿ ਆਪ ਦੇ ਪਿਛੋਕੜ 'ਚ ਕੈਮਰਾਮੈਨ ਸਾਹਿਬ ਦਿਖਾਈ ਡੇਰਾ ਵੀ ਦੇਸੀ ਢੱਗੇ ਜਿਹੜੇ ਨਾ ਹੁਣ ਦੇਖਣ ਨੂੰ ਨਹੀਂ ਲੱਭਦੇ। ਇੱਕ ਗੇਅਰ 'ਚ ਜੁੜਿਆ ਤੇ ਇਹ ਦੋ ਖਲੋਤੇ ਉਹ ਟੁੱਠਾਂ ਵਾਲੇ, ਸਿੰਘਾਂ ਵਾਲੇ, ਕੰਨਾਂ ਵਾਲੇ, ਲੱਭੇ ਨਹੀਂ ਲੱਭਦੇ। ਤੇ ਬੜਾ ਇਹਨਾਂ ਰੂਹ ਜਿਹੜਾ ਜਿਹੜੀ ਪਹਾੜੀ ਕੀ ਕਰਾਂ ਨਾ, ਇੰਡੀ ਉਮਰ ਵਾਲੀ ਤੁਸੀਂ ਦੇਖੀ ਨਹੀਂ ਹੋਣੀ ਚਾਹੀਦੀ, ਇੰਡੇ ਮੋਢ ਵਾਲੀ। ਉਹ ਮਗਰਲੇ ਪਾਸੇ ਜਿਹੜੇ ਬਾਹਰਲੇ ਮੁਲਕੋਂ
ਆਣ ਨਾ ਬੰਦੇ ਉਹ ਇਦਾਂ ਦੇ ਡੇਰੇ ਡੰਡੇ ਤੇ ਜ਼ਰੂਰ ਜਾਇਆ ਕਰੋ। ਤੁਹਾਡੇ ਵਜੂਦ ਨੂੰ ਐਸੇ ਵਿਟਾਮਿਨ ਲੱਭਣਗੇ ਨਾ ਜਿਹੜੇ ਕਿਤੋਂ ਨਹੀਂ ਲੱਭਣਗੇ। ਹੁਣ ਤੁਸੀਂ ਆਪਣਾ ਅਸ਼ਫਾਕ ਸਾਹਿਬ ਤੁਸੀਂ ਦੱਸੋ ਵੀ ਕਿੱਦਾਂ ਤੁਹਾਨੂੰ ਆਪਣੇ ਆਪ ਦੇ ਡੇਰੇ ਤੇ ਬੈਠੇ ਆ ਪਰ ਯੂਕੇ ਤੋਂ ਆ ਕੇ ਤੇ ਇੱਥੇ ਹੁਣ ਜਿਵੇਂ ਆ ਰੂੜੀ ਦੇ ਉੱਤੇ ਆਪਾਂ ਬੈਠੇ ਆ ਕੈਸਾ ਸਵਾਦ ਆ ਰਿਹਾ ਤੇ ਕੈਸਾ ਸੱਚੇ ਕੱਪੇ ਹੋਇਆ ਪਿਆ ਆਪਣੇ ਸਕੂਨ ਆ ਰਿਹਾ ਕਿ ਨਹੀਂ? ਆਇਆ ਸਾਹਿਬ ਜਿਹੜੀ ਆਪਣੇ ਦੇਸ਼ ਤੇ ਆਪਣੇ ਪੰਜਾਬ ਤੇ ਤੇ ਆਪਣੇ ਸ਼ਹਿਰ ਚ ਆ ਕੇ ਠੰਡ ਪੈਂਦੀ ਹੈ ਨਾ ਹਾਂਜੀ ਉਹਦੇ ਵਰਗੀ ਰੀਤ ਕੋਈ ਰੀਸ ਨਹੀਂ ਇਹ ਰੀਤ ਹੈ। ਵਾਹ ਵਾਹ ਤੇ ਜਦੋਂ ਤੁਹਾਡੇ ਵਰਗੀ ਕੱਚੇ ਭਾਈਆਂ ਨਾਲ ਸ਼ਖਸੀਅਤ ਨਾਲ ਮੁਲਾਕਾਤ ਹੋ ਜੇ ਫਿਰ ਸੋਨੇ ਤੇ ਸਵਾਦ ਹਾਏ 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 ਇਹ ਤਾਂ ਤੁਹਾਡਾ ਗੱਲ ਹੈ। ਤੇ ਪੰਜਾਬ ਦੀ ਪੰਜਾਬੀ ਦੇ ਜਿਹੜੇ ਲਾੜੇ ਬੈਠੇ ਹੋਏ ਨਾ ਦੋਨੀ ਸਰਦਾਰ ਸ਼ਾਹ ਸਾਹਿਬ ਤੇ ਅੰਜਨ ਸਰੋਇਆ ਸਾਹਿਬ ਇਹ ਕਹਿ ਲਓ ਵੀ ਪੂਰਾ ਪੰਜਾਬ ਬੈਠਾ ਹੋਇਆ ਵਾ। ਦੇਖੋ ਜੀ ਤੁਹਾਡਾ ਪਿਆਰ 5-6 ਬੰਦੇ ਆ ਜਿਨ੍ਹਾਂ ਨੇ ਪੰਜਾਬੀ ਨੂੰ ਜਾਗਰ ਕੀਤਾ ਹੋਇਆ। ਭਾਈ ਸਰਦਾਰ ਸ਼ਾਹ ਸਾਹਿਬ, ਅੰਜਮ ਸਰੋਇਆ ਸਾਹਿਬ, ਰਾਣਾ ਜਾਟ ਸਾਹਿਬ, ਵੈਸ ਘੁੰਮਣ ਸਾਹਿਬ ਤੇ ਸਜਾਦ ਜਾਨੀ ਸਾਹਿਬ ਇਹ ਬੰਦਿਆਂ ਨੇ ਪੰਜਾਬੀ ਖੁੱਲ ਕੇ ਬੋਲੀ ਆ। ਕੀ ਬਾਤ। ਅਸ਼ਫਾਕ ਸਾਹਿਬ ਤੁਹਾਡੇ ਮੂੰਹ 'ਚ ਗੁਲਾਬ ਦਾ ਫੁੱਲ ਮੇਰਾ ਕੈਮਰੇ ਲਾ ਕਿੱਧਰ ਗਿਆ? ਆਪਾਂ ਜੀ ਦੇਖੋ। ਮੈਂ ਜੀ ਇੱਕ ਸੱਚੀ ਗੱਲ ਕਰਾਂ ਅਸ਼ਫਾਕ ਸਾਹਿਬ। ਹਾਂਜੀ ਕਰੋ। ਬੰਦਾ ਮੈਨੂੰ ਕਹਿੰਦਾ ਇੰਟਰਵਿਊ ਦੇ ਵਿੱਚ ਕਹਿੰਦਾ ਜੀ ਤੁਸੀਂ ਪੰਜਾਬੀ ਦੀ ਬੜੀ ਸੇਵਾ ਕੀਤੀ। ਮੈਂ ਕਿਹਾ ਯਾਰ ਇੱਥੇ ਖਲੋ ਜੀ, ਹਾਏ ਪੰਜਾਬੀ ਨੇ ਸਾਡੀ ਸੇਵਾ ਕੀਤੀ। ਕੀ ਬਾਤ ਹੈ। ਹਾਂ ਪੁੱਤਰਾਂ ਨੇ ਕੀ ਮਾਂ ਦੀ ਸੇਵਾ ਕਰਨੀ, ਮਾਂ ਹੀ ਪੁੱਤਰ ਪਾਲਦੀ ਹੁੰਦੀ। ਪੰਜਾਬੀ ਸਾਡੀ ਸੇਵਾ ਕਰ ਰਹੀ ਜੀ, ਅਸੀਂ ਪੰਜਾਬੀ ਦੀ ਕੀ ਸੇਵਾ ਕਰਨੀ। ਅੱਛਾ ਜੀ ਅਸ਼ਫਾਕ ਸਾਹਿਬ ਇੱਕ ਤਾਂ ਤੁਸੀਂ ਮਲਕ ਸਾਹਿਬ ਕੋਲੋਂ ਥੋੜਾ ਜਿਹਾ ਅਸੀਂ ਸੁਣਨਾ ਵੀ ਆਪ ਦੀ ਵੀਡੀਓ ਵਿੱਚ ਅਸੀਂ ਲੈਣਾ। ਮਲਕ ਸਾਹਿਬ ਸਾਡੇ ਉਸਤਾਦ ਆ ਤੇ ਇਹ ਸਾਡੀ ਰੌਣਕ ਵੱਧ ਜਾਂਦੀ ਹੈ ਜਦੋਂ ਤੇ ਇਸ ਅੱਜ ਇੱਥੇ ਮੌਕਾ ਲੱਭਿਆ ਨਾ ਤੇ ਅਸੀਂ ਇਸ ਮੌਕੇ ਦਾ ਵੀ ਫਾਇਦਾ ਚੱਕਾਂਗੇ। ਪਰ ਤੁਸੀਂ ਇੱਕ ਵਾਰੀ ਦੱਸ ਦਿਓ ਵੀ ਤੁਸੀਂ ਨਾ ਜੀ ਮੈਂ ਦੱਸ ਦਵਾਂ ਜੀ ਜਿਹੜੇ ਆਪਣਾ ਅਸ਼ਫਾਕ ਸਾਹਿਬ ਆ ਨਾ ਜੀ ਇਹ ਇੱਕ ਗੱਲ ਬੜੀ ਸੋਹਣਾ ਕੰਮ ਕਰ ਰਹੇ ਆ ਜੀ ਫੀ ਸਬੀਲਿਲ੍ਲਾਹ ਅੱਲਾਹ ਤੇ ਅੱਲਾਹ ਦੇ ਰਸੂਲ ਦੀ ਰਜ਼ਾ ਵਾਸਤੇ। ਸਾਡੇ ਜਿਹੜੇ ਧੀ ਪੁੱਤਰ ਘਰਾਂ 'ਚ ਪੜ੍ਹੇ ਬੈਠੇ ਨੇ ਪੜ੍ਹ ਲਿਖ ਕੇ ਜਿਹੜਾ ਕੰਪਿਊਟਰ ਦਾ ਕੰਮ ਆ ਨਾ ਉਹ ਸਿਖਾਉਂਦੇ ਆ ਬਗੈਰ ਫੀਸ ਤੋਂ ਬਗੈਰ ਕਿਸੇ ਗੱਲ ਤੋਂ। ਇੱਥੇ ਤੱਕ ਤੁਹਾਨੂੰ ਦੱਸਣਗੇ ਕਿ ਇਹਨਾਂ ਨੇ ਆਪਣੇ ਚੈਨਲ ਦੇ ਉੱਤੇ ਮਸ਼ਹੂਰੀਆਂ ਵੀ ਰੋਕੀਆਂ ਹੋਈਆਂ। ਵਾਹ 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 ਕੀ ਬਾਤ ਹੈ। ਚੈਨਲ ਤੇ ਉਹ ਆਇਆ ਹੋਇਆ ਬਟਨ ਆਇਆ ਹੋਇਆ ਬਟਨ ਨਹੀਂ ਦੱਬਿਆ ਡਾਲਰ ਵਾਲਾ। ਕਹਿੰਦੇ ਆ ਵੀ ਕਿਸੇ ਦੇ ਦਿਲ 'ਚ ਇਹ ਨਾ ਜਾਵੇ ਕਿ ਯਾਰ ਖਬਰੇ ਪੈਸਿਆਂ ਪਿੱਛੇ ਕਰਦਾ। ਤੇ ਤੁਸੀਂ ਜਦੋਂ ਚੈਨਲ ਤੇ ਜਾਓਗੇ ਨਾ ਜਿਹੜਾ ਧੀ ਪੁੱਤਰ ਪੜਿਆ ਹੋਇਆ ਘਰ ਬੈਠਾ ਉਹਨੂੰ ਇਹ ਲੱਗਦਾ ਕਿ ਮੈਂ ਕੋਈ ਪੈਸੇ ਕਮਾਵਾਂ ਜਾਂ ਕੋਈ ਕੰਮ ਕਰਾਂ ਘਰੇ ਬਹਿ ਕੇ ਆਪਦੇ ਘਰੇ ਪਰਦੇ ਦੇ ਵਿੱਚ। ਤੇ ਉਹ ਅਸ਼ਫਾਕ ਸਾਹਿਬ ਦਾ ਚੈਨਲ 'ਚ ਜਾ ਕੇ ਦੇਖੋ। ਹੁਣ ਤੁਸੀਂ ਆਪ ਮੜ ਜਿਹਾ ਦੱਸ ਦਿਓ ਕਿ ਤੁਸੀਂ ਕੀ ਕਰਦੇ। ਅੰਜਨ ਸਰੋਇਆ ਸਾਹਿਬ ਥੈਂਕ ਯੂ ਤੁਹਾਡੇ ਪਿਆਰ ਦਾ ਜੀ। ਤੁਸੀਂ ਐਡੇ ਵਧੀਆ ਤਰੀਕੇ ਨਾਲ ਐਡੀ ਮਿੱਠੀ ਪੰਜਾਬੀ ਨਾਲ ਆਸਾਨ ਗੱਲਾਂ ਸਮਝਾਈਆਂ ਬੰਦਿਆਂ ਨੂੰ। ਚੈਨਲ ਮੇਰਾ ਵਾ ਜੀ ਅਸੀਂ ਆਨਲਾਈਨ ਜਿਹੜਾ ਸਰੋਇਆ ਸਾਹਿਬ ਕੰਮ ਨਹੀਂ ਕਰਦੇ ਹੈਗੇ। ਐਮਾਜ਼ੋਨ, ਈਬੇ, ਸ਼ੋਪੀਫਾਈ ਆਪਾਂ ਕੋਈ ਚੀਜ਼ ਆਨਲਾਈਨ ਆਰਡਰ ਕਰਦੇ ਆ। ਇਹ ਗੱਲ ਜ਼ਰੂਰੀ ਹੈ ਜੀ ਤੁਸੀਂ ਆ ਮੇਰੇ ਕੈਮਰੇ 'ਚ ਕਰਨੀ ਠੀਕ ਹੋ ਗਿਆ। ਸਰੋਇਆ ਸਾਹਿਬ ਜਿਹੜਾ ਮੇਰਾ ਕੰਮ ਹੈ ਨਾ ਅਸੀਂ ਆਨਲਾਈਨ ਕੰਮ ਕਰਦੇ ਆ। ਜਿੱਦਾਂ ਕੋਰਸ ਹੁੰਦੇ ਆ ਟਿਕਟੋਕ ਸ਼ੋਪ ਹੁੰਦੀ ਉੱਤੇ ਲੋਕ ਆਨਲਾਈਨ ਸਮਾਨ ਸੈੱਲ ਕਰਦੇ ਉਹ ਤੋਂ ਆਰਡਰ ਕਰਕੇ ਮੰਗਵਾ ਲੈਂਦੇ ਆ। ਫਿਰ ਐਮਾਜ਼ੋਨ ਆ ਉਹਦਾ ਕੰਪਲੀਟ ਕੋਰਸ ਮੇਰੇ ਚੈਨਲ ਤੇ ਪਿਆ। ਫਿਰ ਈਬੇ ਆ ਉਹਦਾ ਕੰਪਲੀਟ ਕੋਰਸ ਮੇਰੇ ਚੈਨਲ ਤੇ ਪਿਆ ਵਾ। ਫਿਰ ਮਜ਼ੀਦ ਸ਼ੋਪੀਫਾਈ ਦੇ ਰਿਲੇਟਡ ਜਾਂ ਜਿੰਨੀਆਂ ਈ ਕਾਮਰਸ ਦੇ ਰਿਲੇਟਡ ਜਿੰਨੇ ਬਿਜ਼ਨਸ ਆ ਆਪਣੀ ਪਰਸਨਲ ਵੈਬਸਾਈਟ ਤੇ ਕਿੱਦਾਂ ਤੁਸੀਂ ਸੈੱਲ ਕਰ ਸਕਦੇ ਆ ਸਾਰੀਆਂ ਫ੍ਰੀ ਵੀਡੀਓ ਮੇਰੇ YouTube ਚੈਨਲ ਤੇ ਪਈਆਂ ਵਾ। ਮੇਰੇ ਚੈਨਲ ਦਾ ਨਾਮ ਆ ਅਸ਼ਫਾਕ ਅਹਿਮਦ ਅਫੀਸ਼ੀਅਲ। ਅਗਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰੋ। ਕਿਸੇ ਵੀ ਵੀਡੀਓ ਦੇ ਨੀਚੇ ਕਮੈਂਟ ਕਰੋ, ਸਾਡੀ ਟੀਮ ਤੁਹਾਨੂੰ 48 ਆਵਰ ਦੇ ਵਿੱਚ ਰਿਪਲਾਈ ਕਰੇਗੀ। ਔਰ ਅਗਰ ਕੋਈ ਵੀ ਵੀਡੀਓ ਤੁਸੀਂ ਚਾਹੁੰਦੇ ਆ ਕਿ ਕਿਸੇ ਚੀਜ਼ ਦੇ ਰਿਲੇਟਡ ਬਣਾਈ ਜਾਵੇ ਅਸੀਂ ਉਹ ਵੀਡੀਓ ਵੀ ਬਣਾਈ ਦੀ ਹੈ ਸਰੋਇਆ ਸਾਹਿਬ। ਯਾਨੀ ਅਸੀਂ ਡਿਟੇਲ ਦੇ ਵਿੱਚ ਲੈਪਟਾਪ ਦੀ ਸਕਰੀਨ ਸ਼ੇਅਰ ਕਰਕੇ ਦੱਸੀਦਾ ਵੀ ਕਿੱਦਾਂ ਕੰਮ ਕਰਨਾ। ਵਾਹ ਜੀ ਵਾਹ ਕੀ ਬਾਤ। ਬੱਚਿਆਂ ਤਰ੍ਹਾਂ ਸਮਝਾਈਦਾ ਵਾ। ਔਰ ਜ਼ੀਰੋ ਫੀਸ ਆ, ਕੋਈ ਕੋਰਸ ਦੀ ਫੀਸ ਨਹੀਂ ਹੈਗੀ। ਬਿਲਕੁਲ ਫੀਸ ਵੀ ਲਿਲਾ, ਕੋਈ ਲੋਲੀਪੌਪ ਨਹੀਂ ਹੈਗਾ। ਬਿਲਕੁਲ ਫ੍ਰੀ ਆਫ ਕਾਸਟ ਅਸੀਂ ਦੱਸ ਰਹੇ ਹਾਂ। ਔਰ ਇਨਸ਼ਾਅੱਲਾ ਅੱਛੀਆਂ ਮੋਟੀਵੇਸ਼ਨਲ ਵੀਡੀਓ ਵੀ ਬਣਾ ਰਹੇ ਹਾਂ ਔਰ ਪੋਡਕਾਸਟ ਵੀ ਬਣਾ ਰਹੇ ਹਾਂ। ਪੋਡਕਾਸਟ ਅਸੀਂ ਮਾਸ਼ਾਅੱਲਾ ਅੰਜਮ ਸਰੋਇਆ ਸਾਹਿਬ ਦੇ ਨਾਲ ਵੀ ਕੀਤਾ ਵਾ, ਉਹ ਵੀ ਸਾਡਾ ਜਲਦੀ ਆ ਰਿਹਾ, ਔਨ 에ਅਰ ਆ ਰਿਹਾ ਮੇਰੇ ਚੈਨਲ ਤੇ। ਫਿਰ ਮਾਸ਼ਾਅੱਲਾ ਸਰਦਾਰ ਸਾਦ ਸਾਹਿਬ ਆ, ਇਹਨਾਂ ਦਾ ਪੋਡਕਾਸਟ ਵੀ ਕਰਨਾ ਇਨਸ਼ਾਅੱਲਾ, ਇਹਨਾਂ ਦਾ ਵੀ ਆਏਗਾ ਪੋਡਕਾਸਟ। ਤੇ ਬਾਕੀ ਮਜ਼ੀਦ ਪੋਡਕਾਸਟ ਆਉਂਦੇ ਰਹਿਣਗੇ। ਤੇ ਇਹ ਜਿਹੜੇ ਦੋ ਸ਼ਖਸੀਅਤ ਆਏ ਸਾਡੇ ਕੋਲੇ ਬੈਠੀਆਂ ਹੋਈਆਂ ਅੰਜਮ ਸਰੋਇਆ ਸਾਹਿਬ ਤੇ ਸਰਦਾਰ ਸ਼ਾਹ ਸਾਹਿਬ, ਇਹ ਸਾਡੇ ਸਮੁੰਦਰੀ ਸ਼ਹਿਰ ਦੀ ਪਹਿਚਾਣ ਵੀ ਆ। ਤੁਹਾਡਾ ਪਿਆਰ ਇਹਨਾਂ ਨੇ ਸਾਡੇ ਸ਼ਹਿਰ ਨੂੰ ਬੜੋਤਰੀ ਦਿੱਤੀ ਆ। ਅਗਰ ਦੂਰ
ਕੰਟਰੀਆਂ 'ਚ ਲੋਕ ਪਰਦੇਸੀ ਬੈਠੇ ਪੰਜਾਬੀ ਸੁਣਦੇ ਆ ਤੇ ਉਹਦਾ ਸਿਹਰਾ ਇਹਨਾਂ ਦੇ ਸਿਰ ਤੇ ਜਾਂਦਾ ਵਾ ਤੇ ਇਹਨਾਂ ਦਾ ਬੜਾ ਹੀ ਸ਼ੁਕਰੀਆ ਜਿਹੜਾ ਇਹਨਾਂ ਨੇ ਏਡਾ ਵੱਡਾ ਕਦਮ ਚੁੱਕਿਆ। ਅਸ਼ਫਾਕ ਸਾਹਿਬ, ਇਹ ਤਾਂ ਤੁਹਾਡਾ ਪਿਆਰ ਸੀ, ਤੁਸੀਂ ਏਡੀ ਵੱਡੀਆਂ ਗੱਲਾਂ ਸਾਡੇ ਵਾਸਤੇ ਕੀਤੀਆਂ। ਸਮੁੰਦਰੀ ਸ਼ਹਿਰ ਤੇ ਸਮੁੰਦਰੀ ਦੀ ਆਵਾਮ ਦੀ ਵਜ੍ਹਾ ਤੋਂ ਸਾਡਾ ਨਾਮ ਹੈ। ਹਾਏ ਹਾਏ, ਇਹਨਾਂ ਇਹ ਸਾਡੀ ਪਛਾਣ ਹੈ ਜੀ। ਅਸੀਂ ਪਛਾਣ ਨਹੀਂ, ਇਹ ਸ਼ਹਿਰ ਸਾਡੀ ਪਛਾਣ ਆ, ਇਸ ਸ਼ਹਿਰ ਦੇ ਲੋਕ ਸਾਡੀ ਪਛਾਣ ਆ, ਇਹਨਾਂ ਦਾ ਪਿਆਰ ਸਾਡਾ ਪਛਾਣ। ਇੱਧਰ ਨੂੰ ਘੁੰਮ ਗਿਆ ਇੱਥੇ ਆ ਤੇ ਤੁਸੀਂ ਇੱਥੇ ਆਇਓ, ਮੈਂ ਕਹਿੰਦਾ ਇੱਥੇ ਦੂਰ ਆ ਜਾਏਗਾ। ਉਹ ਕਰਨ ਦਾ ਕੰਮ ਪਹਿਲਾਂ ਹੀ ਤੁਸੀਂ ਉਹ ਕਰਨ ਦਾ ਕੰਮ। ਇਹ ਜੀ ਸਾਡੇ ਕੈਮਰਾਮੈਨ ਸਾਹਿਬ ਜੀ, ਸਾਡੇ ਫਿਆਜ਼ ਨੰਬਰਦਾਰ ਸਾਹਿਬ ਜੀ, ਅਸੀਂ ਉਹਨਾਂ ਨੂੰ ਤਕਲੀਫ ਦੇ ਰਹੇ ਹਾਂ ਜੀ। ਇੱਧਰ ਨੂੰ ਆ ਜੀ, ਇੱਧਰ ਨੂੰ ਮਿਹਰਬਾਨੀ। ਅੱਛਾ ਜੀ, ਹੁਣ ਆਪਣਾ ਮਲਕ ਸਾਹਿਬ। ਅੱਛਾ ਜੀ, ਅਸੀਂ ਨਾ ਫਿਆਜ਼ ਨੰਬਰਦਾਰ ਸਾਹਿਬ ਤੁਹਾਡੇ ਬੜੇ ਜੀ ਸ਼ੁਕਰਗੁਜ਼ਾਰ ਆ, ਤੁਸੀਂ ਏਡੇ ਏਡੇ ਚੰਗੇ ਬੰਦਿਆਂ ਨਾਲ ਮੁਲਾਕਾਤ ਕਰਾਈ। ਸ਼ਬੀਰ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਆ। ਤੇ ਜ਼ਾਹਰ ਸਾਹਿਬ ਜੀ, ਤੁਸੀਂ ਬੜਾ ਤਾਉਨ ਕੀਤਾ ਜੀ, ਅੱਜ ਬੜਾ ਟਾਈਮ ਦਿੱਤਾ ਜੀ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਸਾਰਿਆਂ ਦਾ ਸ਼ੁਕਰਗੁਜ਼ਾਰ। ਹਾਂਜੀ, ਅਮਜਦ ਰਸੀਕ ਕਸਵਾਲ ਸਾਹਿਬ, ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ। ਇਹ ਸਾਡੇ ਭਰਾ ਜੀ ਦਿਲਸ਼ਾਦ ਸਾਹਿਬ, ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਤੇ ਆਪਣਾ ਮਲਕ ਸਾਹਿਬ, ਕੋਈ ਆਪਣਾ ਹਿੱਸਾ ਪਾਓਗੇ। ਸਹੀ ਹੈ, ਸਹੀ ਹੈ। ਆ ਮਲਕ ਸਾਹਿਬ ਨੇ ਕਿਹਾ ਕਰਦੇ, ਮੈਂ ਉਹੀ ਤਾਂ ਕਹਿਣ ਲੱਗਾ, ਤੁਸੀਂ ਇੱਧਰ ਆਉਣਾ ਦੱਸੋ, ਇੱਧਰ ਆਉਣਾ, ਉੱਧਰ ਜਾਣਾ ਨਾ। ਜਿਹੜੀ ਚੀਜ਼ ਹਾਂ ਪਿੱਛੇ ਗਏ ਇਹ ਸੈਟਅਪ ਇੱਥੇ ਆ ਜਾਓ, ਬਸ ਠੀਕ ਹੋ ਗਿਆ। ਤੁਸੀਂ ਆ ਜਾਓ, ਅਸ਼ਫਾਕ ਇੱਥੇ ਆ ਜਾਓ। ਫਿਰ ਰੋਕਦੇ ਜਰਾ, ਹੁਣ ਕੋਈ ਨਹੀਂ ਚੱਲਦਾ ਵੀਰੇ ਕੋਈ ਡੱਕੋਣਾ ਮਿੰਟ ਚਲਾਓ ਯਾਰ। ਚੱਲਣ ਦਿਓ, ਆਵੇ ਬੈਠੋ ਆ ਚੱਲਣ ਦਿਓ 1 ਮਿੰਟ ਭਾਜੀ, ਅੱਛਾ ਜੀ ਬਹਿ ਜਾਓ। ਅੱਗੇ ਹੋ ਜਾਂਦੀ ਉਹ ਛਾਪਰ ਲੱਗਦਾ ਰਿਹਾ ਉਹਨੂੰ, ਤੇ ਉਹਦੀ ਆਵਾਜ਼ ਵਿੱਚ ਤੇਰੀ ਆਣੀ ਨਹੀਂ, ਛਾਪਰ ਦੀ ਆਈ ਜਾਣੀ। ਥੱਲੇ ਲਾ ਦੇ। ਸਾਰਿਆਂ ਨੂੰ ਜਾਏਗੀ। ਨਹੀਂ ਠੀਕ ਹੈ, ਮੈਂ ਤੁਸੀਂ ਵੀ ਬਚਾਣਾ ਭਾਈ ਸਾਹਿਬ। ਵਾਹ ਭਾਈ ਅੰਜਮ ਇੱਥੇ ਵੀ ਆਓ ਵਾਲੇਕੁਮ ਸਰ ਕੈਸੇ? ਤੀਸਰੀ ਹਸਤੀ ਹੈ ਜਨਾਬ ਆਪਣੀ ਸਮੁੰਦਰੀ ਦੀ। ਅੱਛਾ, ਮਾਸ਼ਾਅੱਲਾ। ਇਹ ਭਾਈ ਸਾਹਿਬ ਨੇ ਤੁਹਾਨੂੰ ਜ਼ਿੰਦਗੀ ਪਹਿਰਾਤੀ। ਇਹਨਾਂ ਨੇ ਕੀ ਕੀਤਾ? ਅੰਜਮ ਉਹ ਇੱਥੇ ਸਫਦਰ ਦੇ ਲਾਗੇ ਆ ਗਿਆ। ਇੱਥੇ ਸਫਦਰ ਦੇ ਲਾਗੇ। ਤੁਸੀਂ ਬੈਠ ਕਰੋ, ਬਹਿ ਜਾਓ, ਹੋਵੇ ਇਹਨਾਂ ਗੱਲ ਕਰਨੀ, ਬਹਿ ਜਾਓ। ਹਾਂਜੀ, ਕੀ ਹਾਲ ਚਾਲ ਹੈ ਜੀ? ਅਲਹਮਦੁਲਿਲਾ ਸਭ ਠੀਕ। ਹਾਂਜੀ, ਆਪਣੇ ਬਾਰੇ ਦੱਸਿਓ ਥੋੜਾ ਜਿਹਾ, ਅੰਦਰੋਂ ਬਾਜ਼ੂ ਇਦਾਂ। ਹਾਂਜੀ ਇਹ ਪਦੈਸ਼ੀ ਹੈ ਬਚਪਨ ਤੋਂ। ਤੇ ਕੀ ਵੀਡੀਓ ਫਿਰ ਤੁਸੀਂ ਨਾਲ ਫਿਰ ਰੱਖਿਆ ਹੋਣਾ ਮੁੰਡਾ ਕਿੰਦਾ ਹੈ? ਇਹ ਸ਼ਾਹ ਜੀ ਹੈ ਮੇਰੇ ਨਾਲ, ਜਿਹੜੇ ਮੇਰੀ ਵੀਡੀਓ ਬਣਾਉਂਦੇ। ਅੱਛਾ ਸ਼ਾਹ ਜੀ, ਇੱਧਰ ਆਓ, ਕੈਮਰਾਮੈਨ ਸਾਹਿਬ ਆ ਜੀ, ਆ ਸ਼ਬਾਜ਼ ਸਾਹਿਬ ਦੇ। ਤੇ ਇਹ ਮੁੰਡਾ ਵੀਡੀਓ ਬਣਾਉਂਦਾ ਤੇ ਮਾਸ਼ਾਅੱਲਾ। ਇਹਨਾਂ ਦੇ ਮਾਸ਼ਾਅੱਲਾ ਆ ਜਾਂਦੇ ਕਰਦਾ। ਅੱਛਾ, ਸ਼ਾਹ ਸਾਹਿਬ ਮਾਸ਼ਾਅੱਲਾ, ਜਿੰਦੇ ਵਾਸਤੇ। ਕੋਟ ਸ਼ਰੀਫ ਬੈਰ ਨੇ ਮਾਸ਼ਾਅੱਲਾ, ਪੀਰ ਭਾਈਆਂ। ਵਾਹ ਵਾਹ, ਅੱਛਾ ਠੀਕ ਹੈ। ਤੇ ਪੰਜਾਬੀ ਚ ਬਣਾਉਂਦੇ? ਹਾਂਜੀ ਪੰਜਾਬੀ। ਅੱਛਾ ਠੀਕ। ਕਈ ਦਾ ਕੰਮ ਬਹੁਤ ਕਰਦੇ ਨੇ ਸ਼ਬਾਜ਼ ਸਾਹਿਬ, ਕਈ ਕਿਵੇਂ ਵਿੱਚ ਚਲਾਣੇ? ਉਹ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ। ਪੁੱਤਰ ਲੈਂਦੇ, ਵੱਢ ਲੈਂਦੇ, ਕ੍ਰਿਕਟ ਖੇਡ ਲੈਂਦੇ ਹਾਂਜੀ, ਹਰ ਕੰਮ ਕਰਦੇ ਜੀ। ਲਓ ਜੀ, ਇਹ ਬੰਦਾ ਨਾ ਕਈ ਬੰਦਿਆਂ ਦਾ ਹੌਸਲਾ ਹੈ। ਜਿਹੜੇ ਬੰਦੇ ਥੋੜਾ ਜਿਹਾ ਢੇਰੀ ਢਾ ਜਾਂਦੇ ਆ ਨਾ, ਇਹ ਤਾਂ ਜਿਹੜੇ ਸਹੀ ਹੱਥਾਂ ਪੈਰਾਂ ਵਾਲੇ, ਸਾਡੇ ਵਰਗੇ ਵੀ ਕਿਸੇ ਟਾਈਮ ਹਿੰਮਤ ਹਾਰ ਜਾਂਦੇ, ਉਹਨਾਂ ਬੰਦਿਆਂ ਦੀ ਹਿੰਮਤ ਹੈ। ਉਹ ਦੇਖੋ ਵੀ ਇਸ ਬੰਦੇ ਨੇ ਹਿੰਮਤ ਨਹੀਂ ਹਾਰੀ। ਤੇ ਬੰਦੇ ਚੰਗੇ ਭਲੇ ਵੀ ਕਿਸੇ ਟਾਈਮ ਨਾ ਹਿੰਮਤ ਹਾਰ ਜਾਂਦੇ, ਤੇ ਹਿੰਮਤ ਨਹੀਂ ਹਾਰਨੀ ਚਾਹੀਦੀ ਹੈ। ਜਿੱਦਾਂ ਸ਼ਬਾਜ਼ ਸਾਹਿਬ, ਜਿੱਦਾਂ ਸ਼ਬਾਜ਼ ਸਾਹਿਬ ਨੂੰ ਦੇਖ ਲਓ ਬਈ, ਇਹਨਾਂ ਦੇ ਜਮਾਂਦਰੂ ਏਦਾਂ ਬਾਹਾਂ ਹੈ ਨਹੀਂ, ਤੇ ਇਹਨਾਂ ਨੇ ਹਿੰਮਤ ਨਹੀਂ ਹਾਰੀ ਵੀ ਇਹਨਾਂ ਇੱਥੇ ਤੱਕ ਪਹੁੰਚ ਗਏ। ਚੈਨਲ ਵੀ ਬਣਾਇਆ, ਕਈ ਵੀ ਚਲਾਉਂਦੇ ਆ, ਰੱਬ ਦੀ ਜ਼ਾਤ ਨੇ ਇਹ ਹਿੰਮਤ ਦਿੱਤੀ। ਤੇ ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਢੇਰੀ ਨਹੀਂ ਢਾਣੀ ਚਾਹੀਦੀ। ਬਹਿ ਜਾਓ ਜੀ। ਉਹਨਾਂ ਦਾ ਇੱਕ ਸ਼ੇਰ ਸੀ ਨਾ, ਕੀ ਨਾਮ ਵੈਸੇ ਕੈਮਰੇ ਤੋਂ ਹਟ ਕੇ ਗੱਲ ਆ, ਨਜਮੀ ਸਾਹਿਬ ਦਾ, ਕਿ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਅੱਲਾਹ ਜਾਣਦਾ। ਇਹ ਬੜੀ ਵੱਡੀ ਮੋਟੀਵੇਸ਼ਨ ਆ, ਇਹ ਬਹੁਤ ਵੱਡਾ ਮੈਸੇਜ ਇਹਨਾਂ ਦਾ। ਮੇਰੇ ਲਾਗੇ ਜਰਾ ਹੋ ਜਾਂਦੇ ਤੁਸੀਂ। ਚਲੋ ਕੋਈ ਯਾਰ, ਕੀ ਹੈ? ਚੱਲ ਠੀਕ ਹੈ, ਬਹਿ ਜਾਓ। ਉਹਨਾਂ ਦੀ ਵਾਇਸ ਕੈਮਰੇ ਇੱਧਰ ਆ ਜਾਓ, ਇੱਧਰ। ਅੰਜੂ ਭਾਈ, ਉਹਨਾਂ ਦੀ ਵਾਇਸ ਤੇਰਾ ਮੋਬਾਈਲ ਚੱਲਦਾ ਕਿਹਦੇ ਕੋਲ? ਆ ਦੇਖੋ ਉਹ ਇਦਾਂ ਬਣਾ ਅੰਜੂ ਭਾਈ, ਭਾਈ ਅੰਜੂ, ਉਹਨਾਂ ਦੀ ਇੱਕ ਮਿੰਟ ਮੇਰਾ ਮਾਈਕ ਉਹਨਾਂ ਦੀ ਵਾਇਸ ਮਾਈਕ ਸ਼ੈਕ ਮੇਰਾ ਤੁਹਾਡੇ ਉਹਨਾਂ ਦੇ ਕੋਲ ਹੋਏ ਨੇ ਤੁਸੀਂ। ਕਿੱਥੇ ਆ ਲੈ ਲਓ ਮੈਂ ਆ ਮਾਈਕ ਕਿਦਾ ਇਹ ਭਾਈ ਇਹਨਾਂ ਨੂੰ ਹਾਂ ਚਲੋ ਇਸ ਤਰ੍ਹਾਂ ਕਰ ਲਓ। ਆਪਣਾ ਉਧਰ ਬਗਣਾ ਜਾਣ ਸਾਰਾ ਵਿੱਚ ਆਏਗਾ ਭਾਈ। ਤੇ ਜੋ ਮਰਜ਼ੀ ਇਸ਼ਫਾਕ ਵੀ ਵਿੱਚ ਆ ਜਾਏਗਾ। ਆ ਜਾਣਗੇ ਵਿੱਚ ਸਾਹਮਣੇ ਨੇ। ਠੀਕ ਆ ਰਹੇ ਸਹੀ। ਜਸਤਾ ਸਾਜ ਜੀ, ਪਾਪਾ ਜੀ ਠੀਕ ਹੈ।
ਆਉਕਾ ਤੋਰੇ ਤੇਰੀ ਇੰਜ ਗੱਲ ਮਲਕ ਸਾਹਿਬ ਹਾਂ ਮਲਕ ਸਾਹਿਬ ਕਿੱਡੀ ਸੋਹਣੀ ਮਹਿਫਲ ਲੱਗੀ। ਅੱਲਾ ਜਾਣਦਾ ਬਹੁਤ ਚੰਗਾ ਲੱਗਾ। ਸਭ ਤੋਂ ਪਹਿਲਾਂ ਤੇ ਇਹਨਾਂ ਲੋਕਾਂ ਦੇ ਪਿਆਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਇੱਥੇ ਬਹਿ ਕੇ ਪਿੰਡਾਂ ਆਪਣੇ ਚ ਅਸੀਂ ਆਪਣੀ ਬੱਸਾਂ 'ਚ ਘੁਲੇ ਮਿਲੇ ਆ। ਸਾਨੂੰ ਸ਼ਾਇਦ ਐਡਾ ਨਹੀਂ ਚੰਗਾ ਪਤਾ ਲੱਗਦਾ। ਚੰਗੇ ਦਿਨ ਮੈਂ ਕਹਾਂਗਾ ਕਿ ਅਸੀਂ ਇਹਨੂੰ ਬਹੁਤ ਜ਼ਿਆਦਾ ਅਹਿਮੀਅਤ ਕਦੀ ਕਦੀ ਨਹੀਂ ਦਿੰਦੇ। ਪਰ ਜਿਹੜੇ ਲੋਕ ਪਰਦੇਸ ਜਾ ਕੇ ਵਸ ਗਏ ਨੇ, ਜਿਹੜੇ ਲੋਕ ਸਮੁੰਦਰੋਂ ਪਾਰ ਰਹਿਣ ਦੇ ਨੇ ਜਾ ਕੇ, ਉਹਨਾਂ ਜਦੋਂ ਪਿਛੋਕੜ ਚੇਤੇ ਆਉਂਦਾ ਹੈ, ਮਿੱਟੀ ਚੇਤੇ ਆਉਂਦੀ ਹੈ, ਧਰਤੀ ਚੇਤੇ ਆਉਂਦੀ ਹੈ, ਉਹਨਾਂ ਦੀ ਫੀਲਿੰਗ ਜਾਂ ਉਹਨਾਂ ਦੇ ਜਿਹੜੇ ਉਹ ਜਜ਼ਬਾਤ ਨੇ, ਸ਼ਾਇਦ ਅਸੀਂ ਉਹਨਾਂ ਦੀ ਅਕਾਸੀ ਵੀ ਨਹੀਂ ਕਰ ਸਕਦੇ, ਕਿਉਂਕਿ ਜੋ ਕੁਛ ਉਹ ਫੀਲ ਕਰਦੇ ਨੇ ਅਸੀਂ ਉਹ ਗੱਲਾਂ ਤੇ ਨਹੀਂ ਕਰ ਸਕਦੇ। ਇਸੇ ਤਰ੍ਹਾਂ ਭਾਈ ਸ਼ਫਾਕ ਅਹਿਮਦ ਸਾਹਿਬ ਯਕੀਨ ਕਰਿਆ ਜੇ ਸੁਣਨੇ ਇਹਨਾਂ ਦਾ ਕਿ ਉੱਥੇ ਬਹਿ ਕੇ ਆਪਣੀ ਮਿੱਟੀ ਨਾਲ ਮੁਹੱਬਤ ਕਰਨ ਵਾਲਾ ਜੀ ਆ, ਆਪਣੀ ਧਰਤੀ ਨਾਲ ਪਿਆਰ ਕਰਦਾ ਹੈ। ਪੰਜਾਬੀ ਇੱਕ ਮੈਨੂੰ ਸ਼ੇਰ ਚੇਤੇ ਆ ਜਾਂਦਾ ਪੰਜਾਬੀ ਦਾ, ਕਦੀ ਕਦੀ ਚੰਗੀ ਗੱਲ ਬਾਰ-ਬਾਰ ਵੀ ਕਰ ਲੈਣੀ ਚਾਹੀਦੀ। ਅੰਜਮ ਜੀ, ਵਿਸ਼ਵਾਸ ਜੀ, ਕਿ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਤੇ ਵਫਾਦਾਰ ਹੈ ਲਹੂ ਪੰਜਾਬੀਆਂ ਦਾ, ਤੇ ਯਾਰੀ ਇਹਨਾਂ ਦੀ ਜੱਗ ਤੋਂ ਵੱਖਰੀ ਏ, ਪਰ ਵੈਰ ਵੀ ਮੰਨਣਾ ਪਊ ਪੰਜਾਬੀਆਂ ਦਾ, ਤੇ ਹੱਦੋਂ ਬਾਹਰੀਆਂ ਇਹਨਾਂ ਵਿੱਚ ਖੂਬੀਆਂ ਨੇ, ਜਿੱਥੇ ਜਾਂਦੇ ਪਛਾਣ ਬਣਾ ਲੈਂਦੇ। ਭਾਵੇਂ ਪੇਟ ਖਾਤਰ ਕਿਤੇ ਜਾ ਬੈਠਣ, ਟੌਰ ਵੱਖਰਾ ਹੀ ਰਹੂ ਪੰਜਾਬੀਆਂ ਦਾ, ਭਾਵੇਂ ਆਪਣੀ ਰੋਜ਼ੀ ਖਾਤਰ ਆਪਣੇ ਪੇਟ ਖਾਤਰ ਕਿਤੇ ਜਾ ਕੇ ਪੈਂਦੇ ਨੇ, ਫਿਰ ਵੀ ਇਹ ਧਰਤੀ ਚੇਤੇ ਆਉਂਦੀ ਹੈ। ਇੰਜ ਲੱਗਦਾ ਕਿ ਜਿਵੇਂ ਸਾਡੇ ਚ ਘੁਲੇ ਮਿਲੇ ਨੇ ਇਹਨਾਂ ਦੇ। ਹੁਣ ਤਾਂ ਕੁਛ ਇਹ ਜਿਹੜੀ ਟੈਕਨੋਲੋਜੀ 'ਚ ਜਿੱਦਤ ਆਈ ਆ, IT 'ਚ, ਮੋਬਾਈਲ ਫੋਨਾਂ 'ਚ, ਕਿ ਅਸੀਂ ਵੀਡੀਓ ਕਾਲ ਤੇ ਗੱਲਬਾਤ ਕਰ ਲੈਂਦੇ ਆ, ਅਸੀਂ ਸਾਹਮਣੇ ਬਹਿ ਕੇ ਇੱਕ ਦੂਸਰੇ ਨੂੰ ਚੇਤੇ ਕਰ ਲੈਂਦੇ ਆ। ਪਰ ਜਦੋਂ ਕਿਤੇ ਫਿਰ ਜੋ ਮਰਜ਼ੀ ਹੋ ਜਾਏ ਸਾਹਮਣੇ ਬਹਿ ਕੇ ਮਿਲਣਾ, ਜੀ ਸਾਹਮਣੇ ਬਹਿ ਕੇ ਮਿਲਣਾ। ਅਸ਼ਫਾਕ ਵੀਰ ਜੀ, ਬਹੁਤ ਚੰਗਾ ਲੱਗਣ ਡਿਆ ਅੱਲਾ ਜਾਣਦਾ, ਔਰ ਬਹੁਤ ਹੀ ਚੰਗਾ ਲੱਗਣ ਡਿਆ। ਅਸੀਂ ਹੈ ਤੇ ਪਿੰਡੂ ਆ, ਵਸੀਬ ਸਾਡੇ ਪਿੰਡੂ ਨੇ, ਪਰ ਕਦੀ ਜਾ ਕੇ ਸ਼ਹਿਰਾਂ 'ਚ ਵਸ ਗਏ ਆ ਤੇ ਥੋੜਾ ਜਿਹਾ ਹਟਵੇਂ ਹੋ ਗਏ ਆਪਣੀ ਦਹਿਤਨ ਤੋਂ, ਆਪਣੇ ਵਸੀਬ ਤੋਂ, ਆਪਣੀ ਬੋਲੀ ਤੋਂ। ਬਹੁਤ ਸਾਰੀਆਂ ਗੱਲਾਂ ਮੈਨੂੰ ਚੇਤੇ ਆਉਣ ਡੀਆਂ ਸੀ ਜਦੋਂ ਅੰਜਮ ਭਾਈ ਤੁਹਾਡੇ ਨਾਲ ਗੱਲਾਂ ਕਰਨ ਦੇ ਸੀ, ਤੇ ਉਹ ਕਦੀ ਕਦੀ ਬੰਦਾ ਬਹੁਤ ਜਜ਼ਬਾਤੀ ਹੋ ਜਾਂਦਾ ਇਸ ਮਾਮਲੇ 'ਚ। ਤੇ ਜਿਹੜੇ ਪੰਜਾਬੀ ਆ, ਪੰਜਾਬੀਅਤ ਨਾਲ ਪਿਆਰ ਕਰਦੇ ਨੇ, ਔਰ ਤੁਸੀਂ ਬਹੁਤ ਵੱਡੀਆਂ ਚੰਗੀਆਂ ਗੱਲਾਂ ਕਰਦੇ ਆ ਕਿ ਪੰਜਾਬੀ ਨੂੰ ਅਸੀਂ ਸਹਾਰਾ ਕੀ ਦੇਣਾ। ਲੇਕਿਨ ਅੰਜਮ ਸਾਹਿਬ ਦੇ ਜਵਾਬ ਨੇ ਇਹ ਸਾਰੀ ਗੱਲ ਵੇੜ ਲਈ ਕਿ ਮਾਂ ਨੂੰ ਅਸੀਂ ਸਹਾਰਾ ਕੀ ਦੇਣਾ, ਮਾਂ ਹੀ ਸਾਨੂੰ ਸਹਾਰਾ ਦੇਣਾ, ਪੰਜਾਬੀ ਸਾਨੂੰ ਪਾਲਦੀ ਪਈ ਹੈ। ਅਸੀਂ ਜਿਹੜੀਆਂ ਮਰਜ਼ੀ ਬੋਲੀਆਂ ਬੋਲਣ ਲੱਗ ਪਈਏ, ਤੇ ਉਹ ਬੜੀ ਚੰਗੀ ਗੱਲ ਆ ਕਿ ਅਸੀਂ ਰਿਜ਼ਕ ਪੰਜਾਬੀ ਦਾ ਖਾਂਦੇ ਆ, ਪਰ ਉਸ ਤੋਂ ਬਾਅਦ ਸਾਨੂੰ ਖਾਬ ਪੰਜਾਬੀ ਚ ਆਉਂਦੇ ਨੇ। ਖਾਬ ਸਾਨੂੰ ਅੰਗਰੇਜ਼ੀ, ਤੁਸੀਂ UK ਵਸ ਜਾਓ ਜਾ ਕੇ, ਖਾਬ ਉਰਦੂ ਚ ਨਹੀਂ ਆਉਣੇ, ਖਾਬ ਅੰਗਰੇਜ਼ੀ ਚ ਨਹੀਂ ਆਉਣੇ, ਖਾਬ ਪੰਜਾਬੀ ਚ ਆਉਣੇ। ਮਾਂ ਬੋਲੀ ਹੈ। ਤੇ ਉਹ ਮੈਂ ਇੱਕ ਗੱਲ ਕਰਦਾ ਹੁੰਦਾ ਵਾਂ, ਅੰਜਮ ਸਾਹਿਬ ਦੇ ਚੈਨਲ ਤੇ ਅੱਗੇ ਵੀ ਗੱਲ ਗਈ ਹੈ ਨਜ਼ਮ ਇੱਕ, ਮੈਂ ਬਾਕੀ ਬਜ਼ੁਰਗਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗਾ ਕਿ ਪੰਜਾਬੀ ਦੀ ਗੱਲ ਸਭ ਤੋਂ ਪਹਿਲਾਂ ਹੋਈ ਸੀ ਕਿ ਅਸੀਂ ਪੰਜਾਬੀ ਜ਼ੁਬਾਨ ਨੂੰ ਸਲੂਟ ਪੇਸ਼ ਕਰਦੇ ਹਾਂ ਕਿ ਮੈਂ ਜੰਮਿਆ ਵਿੱਚ ਤੁਹਾਡੇ ਵਾਸਤੇ ਸਪੈਸ਼ਲੀ ਇਸ਼ਫਾਕ ਸਾਹਿਬ, ਕਿ ਮੈਂ ਜੰਮਿਆ ਵਿੱਚ ਪੰਜਾਬ ਦੇ, ਪੰਜਾਬੀ ਮੇਰਾ ਨਾਂ, ਮੈਨੂੰ ਗੁੜਤੀ ਦੇ ਕੇ ਦੱਸਿਆ ਪੰਜਾਬਣ ਮੇਰੀ ਮਾਂ, ਜਿਹੜੇ ਜਾਏ ਦੇਸ ਪੰਜਾਬ ਦੇ ਉਹ ਲਾਲ ਪੰਜਾਬੀ ਬੋਲਦੇ ਨੇ, ਮੈਂ ਆਪ ਪੰਜਾਬੀ ਬੋਲਦਾ ਵਾਂ, ਮੇਰੇ ਬਾਲ ਪੰਜਾਬੀ ਬੋਲਦੇ ਨੇ, ਮੇਰੇ ਬਾਲ ਪੰਜਾਬੀ ਬੋਲਦੇ। ਇਹ ਲਹੂ ਦੇ ਵਾਂਗਰ ਸੋਹਣਿਆ ਸਾਡੇ ਵਸ ਗਈ ਵਿੱਚ ਸਰੀਰ, ਇਹ 7 ਸਮੁੰਦਰੋਂ ਪਾਰ ਵੀ ਇਹਦੇ ਪਾਣੀ ਦੀ ਤਾਸੀਰ, ਤੇ ਜਿੰਨਾ ਖਾਦਾ ਲੂਣ ਪੰਜਾਬ ਦਾ, ਹਰ ਹਾਲ ਪੰਜਾਬੀ ਬੋਲਦੇ ਨੇ, ਮੈਂ ਆਪ ਪੰਜਾਬੀ ਬੋਲਦਾ ਵਾਂ, ਮੇਰੇ ਬਾਲ ਪੰਜਾਬੀ ਬੋਲਦੇ ਨੇ। ਵੱਜੀ ਜਾਣਾ ਮੈਂ ਭੰਨ ਦੇਣਾ ਯਾਰ ਸਾਹਿਬ ਦੀ ਮਾਸ਼ਾਅੱਲਾ ਜੀ। ਨਹੀਂ ਜੀ ਨਹੀਂ, ਇਹ ਤਾਂ ਉਹ ਮਾਫੀ ਦੇ ਦੀ ਹੁਣ ਬਹੁਤੇ ਲਹੂ ਤੱਤਾ ਕਰ ਦਿੰਦਾ। ਹਾਂਜੀ, ਅੱਲਾ ਦੀ ਜ਼ਾਤ ਸਿਹਤ ਤੰਦਰੁਸਤੀ ਦੇਵੇ, ਇਹਨਾਂ ਨੂੰ ਸਲਾਮਤ ਰੱਖੇ, ਇਹ ਲਹੂ ਤੱਤਾ ਕਰ ਦਿੰਦਾ। ਦੇਖੋ ਜੀ, ਸਾਡੇ ਸ਼ੁਰੂ ਦੇ ਵਿੱਚ ਨਾ ਜੀ, ਉਹ ਮੈਂ ਨਾ ਬਹੁਤ ਹੀ ਪੰਜਾਬੀਆਂ ਦੀ ਗੱਲ ਨਾ ਵਾਧਾ ਇਹ ਆ ਕਿ ਉਹ ਇੱਕ ਦੂਏ ਨੂੰ ਨਾ ਸ਼ਾਬਾਸ਼ ਦਿੰਦੇ ਆ, ਹੌਸਲਾ ਦਿੰਦੇ ਆ, ਆਸਰਾ ਬਣਦੇ ਆ। ਇਹ ਦੂਆਂ ਵਾਲਾ ਸਾਹਿਬ ਬੜਾ ਵਾਧਾ। ਮਲਕ ਸਾਹਿਬ ਕਈ ਵਾਰੀ ਤੋੜ ਜਾ ਕੇ ਮੇਰੇ ਘਰੇ ਜਾ ਕੇ ਨਾ ਮੈਨੂੰ ਥਾਪੜਾ ਦਿੱਤਾ, ਹੌਸਲਾ ਦਿੱਤਾ। ਉਹ ਫਿਰ ਬੰਦੇ ਦਾ ਨਾ ਇਦਾਂ ਜਿਗਰਾ ਵਾਧਾ। ਅੱਲਾ ਜਾਣਦਾ ਕਦੀ ਕਦੀ ਬੰਦਾ ਨਾ, ਕਦੀ ਨਾ ਇਹ ਫਨ ਆ ਨਾ ਆਰਟ, ਕਦੀ ਕਿਸੇ ਬੰਦੇ ਤੋਂ ਨਾ ਬੰਦਾ ਥੋੜਾ ਜਿਹਾ ਵੈਸੇ ਹੋ ਜਾਂਦਾ ਕਿ ਕੀ ਗੱਲ ਹੁੰਦੀ ਹੈ ਅਜੀਬ। ਕਦੀ ਬੰਦਾ ਕਿਸੇ ਦੀ ਖੁਸ਼ਾਮਦ ਝੂਠੀ ਕਰਦਾ। ਹਾਂ, ਸਾਹਮਣੇ ਬਹਿ ਕੇ ਕੀ ਕਰਨੀ ਹੈ, ਮੇਰਾ ਭਰਾ ਵਾ, ਅੱਲਾ ਪਾਕ ਨੂੰ ਬਹੁਤ ਨਵਾਜ਼ੇ। ਰੰਜਮ ਸਰੋਏ ਨੇ ਇੱਕ ਕੰਮ ਨੂੰ ਦੇਖਣਾ, ਮੈਂ ਜਿਵੇਂ ਕੋਈ ਬੱਚਾ ਸੀ ਸ਼ਬਾਜ਼, ਤੇ ਮੈਨੂੰ ਅੱਲਾ ਜਾਣਦਾ ਨੂੰ ਸਲੂਟ ਕਰਨ ਨੂੰ ਦਿਲ ਕਰ ਰਿਹਾ ਕਿ ਸਾਰੇ ਕੰਮ ਕੀਤੇ। ਔਰ ਦੁਨੀਆ ਦਾ ਕੋਈ ਕੰਮ ਨਹੀਂ ਕਿ ਜਿਹੜਾ ਮਿਹਨਤ ਤੋਂ ਬਗੈਰ ਹੋ ਜੇ, ਜਾਂ ਜਦੋਂ ਬੰਦਾ ਧਾਲੇ ਤਾਂ ਬੰਦਾ ਕੰਮ ਨਾ ਕਰ ਸਕੇ। ਸੋਸ਼ਲ ਮੀਡੀਆ ਤੇ ਲੱਖਾਂ ਲੋਕ, ਕਰੋੜਾਂ ਲੋਕ ਲੱਗੇ ਹੋਏ ਨੇ। ਅੰਜਮ ਨੇ ਮਿਹਨਤ ਕੀਤੀ, ਆਪਣੇ ਤਰੀਕੇ ਨਾਲ ਲੱਗਾ ਰਿਹਾ, ਅੱਜ ਹੋਰ ਕੱਲ ਹੋਰ, ਬਹੁਤ ਜਲਦੀ ਇਹਦਾ ਫੀਡਬੈਕ ਨਹੀਂ ਸਰ ਆਉਂਦਾ, ਬਹੁਤ ਜਲਦੀ ਰਿਸਪੌਂਸ ਨਹੀਂ ਮਿਲਦਾ। ਇੱਕ ਲੰਮਾ ਚੌੜਾ ਬੜੇ ਵਰੇ ਹੁੰਦੇ ਨੇ ਮਗਰ। ਔਰ ਅੰਜਮ ਨੇ ਯਕੀਨ ਕਰਕੇ ਜਾਨੂੰ ਦੱਸਿਆ ਕੰਮ ਕਰਕੇ ਕਿ ਕੰਮ ਇਸ ਤਰ੍ਹਾਂ ਕਰੀਦਾ, ਕੱਲਾ ਲੱਗਾ ਰਿਹਾ, ਜਿਸ ਤਰ੍ਹਾਂ ਵੀ ਕੀਤਾ, ਫਿਰ ਪਰਵਰਦੀਗਾਰ ਨੇ ਵੇਲਾ ਲਿਆਂਦਾ ਤੇ ਅੱਜ ਪੂਰੀ ਦੁਨੀਆ 'ਚ ਅੰਜਮ ਨੂੰ ਕਦੀ ਕਰਤਾਰਪੁਰ ਜਾਈਏ, ਕਦੀ ਇੰਡੀਆ ਦੀ ਕਬੱਡੀ ਟੀਮ 19 ਤਰੀਕ ਨੂੰ ਫੇਰ ਆ ਰਹੀ ਆ। ਉਹ ਤੁਸੀਂ ਯਕੀਨ ਕਰਕੇ ਜਾਣੇ ਜੀ, ਉਦੋਂ ਸਰਦਾਰਾਂ ਦੇ ਫੋਨ ਆਉਂਦੇ ਨੇ ਔਰ ਵਿੱਚ 80% ਲੋਕ ਅੰਜਮ ਦਾ ਜ਼ਿਕਰ ਕਰਦੇ ਨੇ। ਉਹਦੇ ਸਾਡੇ ਵਾਸਤੇ ਸਾਨੂੰ ਚੰਗਾ ਲੱਗਦਾ, ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ। ਔਰ ਮੈਨੂੰ ਵੀ ਬਹੁਤ ਚੰਗਾ ਲੱਗਦਾ ਕਿ ਜੇ ਵੇਖੋ ਨਾ ਹੋਰ ਵੀ ਦੁਨੀਆ ਹੈਗੀ ਆ, ਪਰ ਮੈਨੂੰ ਇਹ ਬਹੁਤ ਚੰਗਾ ਲੱਗਦਾ ਸਾਡਾ ਯਾਰ, ਇਹ ਬਹੁਤ ਚੰਗਾ ਲੱਗਦਾ, ਇਹ ਚੰਗਾ ਲੱਗਦਾ ਕਿ ਸਾਡਾ ਆਪਣਾ ਜੀ ਆ। ਔਰ ਫਿਰ ਸਭ ਤੋਂ ਵੱਡੀ ਗੱਲ
ਕਿ ਅਸੀਂ ਇੱਕ ਮਿੱਟੀ ਦੇ ਆ, ਇੱਕ ਸ਼ਹਿਰ ਦੇ ਆ। ਉਸ ਤਰ੍ਹਾਂ ਅਸੀਂ ਪਾਕਿਸਤਾਨੀ ਸਾਰੇ ਪੰਜਾਬੀ ਆ, ਲੇਕਿਨ ਸਮੁੰਦਰੀ ਫਿਰ ਸਾਨੂੰ ਜਿਹੜਾ ਖਿੱਚ ਕੇ ਪਾਉਂਦੀ ਹੈ। ਮਿੱਟੀ ਆਪਣਾ ਪਿੰਡ, ਉੱਥੇ ਮਿੱਟੀ ਚੰਗੀ, ਥਾਵਾਂ ਚੰਗੀਆਂ, ਪਿੰਡ ਮੇਰੇ ਦੀਆਂ ਰਾਵਾਂ ਚੰਗੀਆਂ, ਤੇ ਉਹਦੇ 에ਅਰ ਕੰਡੀਸ਼ਨ ਨਾਲੋਂ ਬੋਰਡ ਮੇਰੇ ਦੀਆਂ ਛਾਵਾਂ ਚੰਗੀਆਂ, ਤੇ ਸੋਹਣੇ ਉੱਤੇ ਹੈਂਡ ਸੁਹਾਗਾ, ਸੂਰਤ ਨਾਲ ਅਦਾਵਾਂ ਚੰਗੀਆਂ, ਤੇ ਦੇਸ਼ ਪੰਜਾਬ ਦੀ ਗੱਲ ਹੈ ਸਜਣਾ, ਰੱਬ ਵਾਂਗਰ ਨੇ ਮਾਵਾਂ ਚੰਗੀਆਂ। ਆਪਣੀ ਧਰਤੀ, ਆਪਣੀ ਮਿੱਟੀ, ਆਪਣਾ ਦੇਸ਼ ਤੇ ਬਹੁਤ ਚੰਗਾ ਲੱਗਦਾ। ਅੱਲਾ ਜਾਂਦਾ ਹੈ ਕਦੀ ਅੱਜ ਅਸੀਂ ਆਰਟੀਫੀਸ਼ੀਅਲ ਬੈਠੇ ਆ, ਹੋਕੇ ਧਰ ਕੇ ਇੰਜ ਬਾਬੇ ਲਾਗੇ ਬੋਲਦੇ ਆ, ਤੇ ਜਿਹੜੇ ਇਹ ਲੋਕਲ ਜੈਨੂਅਨ ਨੇ, ਇਹ ਰੋਜ਼ ਬੋਲਦਾਂ ਦੇ ਕੋਲ ਰਹਿੰਦੇ ਨੇ, ਰੋਜ਼ ਹੁੱਕੇ ਤੇ ਪੈਂਦੇ ਨੇ, ਰੋਜ਼ ਇੰਨੀ ਮੰਜੀਆਂ ਡਾਉਂਦੇ ਨੇ। ਤੇ ਔਰ ਯਕੀਨ ਕਰਿਆ ਜੇ ਕਦੀ ਜਦੋਂ ਇਹ ਅਸਲ ਵਸੇਬ ਆ ਨਾ, ਜਿਹੜੇ ਲੋਕ ਬਾਹਰ ਦੇ ਮੁਲਕਾਂ 'ਚ ਬਹਿ ਕੇ ਵੇਖਣ ਦੇ ਹੁੰਦੇ ਨੇ, ਉਹਨਾਂ ਦੀ ਜਾਨ ਤੱਦੇ ਨਿਕਲਦੀ ਆ ਕਿ ਯਾਰ ਇਹ ਧਰਤੀ ਜਿਨ੍ਹਾਂ ਨੇ ਨੈਚੁਰਲ ਵੇਖਿਆ, ਤੇ ਉਹ ਇਹ ਬਾਬਿਆਂ ਨੂੰ। ਪਰ ਉਹ ਕਹਿੰਦੇ ਨੇ ਕਿ ਵਕਤ ਬਦਲਦਾ ਰਹਿੰਦਾ ਅੰਜਮ ਭਾਜੀ, ਤਬਦੀਲੀ ਕਾਇਨਾਤ ਦਾ ਹਿੱਸਾ। ਅਸੀਂ ਥੋੜੇ ਜਿਹੇ, ਸਾਨੂੰ ਬਹੁਤ ਸਾਰੀ ਨਵੀਂ ਪੀੜ੍ਹੀ ਨੂੰ ਤੇ ਪਤਾ ਨਹੀਂ ਹੋਣਾ ਆਜ਼ਾਦੀ ਕੀ ਹੁੰਦੀ ਆ, ਇਹ ਤਰਿੰਜਣਾ ਕੀ ਆ, ਇਹ ਬੌਲਦ ਕੀ ਨੇ, ਹਲਾਂ ਦਾ ਨਹੀਂ ਪਤਾ ਹੋਣਾ, ਇਹ ਪੰਜਾਲੀ ਦਾ ਨਹੀਂ ਪਤਾ ਹੋਣਾ ਕੀ ਪੈਂਦੇ, ਗਾਹ ਕਿਵੇਂ ਪੈਂਦੇ, ਸਾਂਝਾਂ ਕਿਵੇਂ ਪੈਂਦੀਆਂ। ਦਗਾੜੇ ਦੀ ਗੱਲ ਕੀਤੀ, ਕਈਆਂ ਨੂੰ ਦਗਾੜੇ ਦਾ ਹੀ ਨਹੀਂ ਪਤਾ। ਮੈਨੂੰ ਨਹੀਂ ਪਤਾ ਲੱਗਦਾ। ਉਹ ਕਹਿੰਦੇ ਆ ਨਾ ਕਿ ਬਾਬਾ ਜੀ ਤੁਹਾਨੂੰ ਸਪੈਸ਼ਲੀ ਮੇਰੇ ਬਜ਼ੁਰਗ ਬੈਠੇ ਹੋਏ ਨੇ ਕਿ ਨਾ ਰਹੇ ਉਹ ਜ਼ਮਾਨੇ ਮੁੰਝਦੇ, ਨਾ ਦਿਸਣ ਕਿਤੇ ਧੋਤੀਆਂ ਕੁੰਝਦੇ, ਨਾ ਤਕਲਾ ਨਾ ਚਰਖਾ ਰਿਆ, ਨਾ ਮੱਖਣ ਨਾ ਟੁੱਕਰ ਬਿਆ, ਤੇ ਨਾ ਬਨੇਰੇ ਤੇ ਕਾਹਣ ਬੋਲੇ, ਨਾ ਸਰਦਲ ਤੇ ਘਿਓ ਕੋਈ ਡੋਲੇ, ਨਾ ਕੋਈ ਦਹੀਆਂ ਮਲ ਮਲ ਨਾਵੇ, ਨਾ ਕੋਈ ਰੋਹ ਵਿੱਚ ਲੱਸੀ ਪਾਵੇ, ਤੇ ਨਾ ਚਾਟੀ ਨਾ ਰਹੀ ਮਧਾਣੀ, ਨਾ ਟਿੰਡਾਂ ਵਿੱਚ ਛਲਕੇ ਪਾਣੀ, ਨਾ ਗਾਟੀ ਨਾ ਝੂਟੇ ਰਹੇ। ਗਾਟੀ ਦਾ ਕਿਹਨੂੰ ਪਤਾ ਨਹੀਂ, ਨਾ ਗਾਟੀ ਨਾ ਝੂਟੇ ਰਹੇ, ਨਾ ਫਲਿਆਂ ਤੇ ਜੱਟੀ ਵੇ, ਤੇ ਨਾ ਲੱਡੂ ਨਾ ਰਹੇ ਮਖਾਣੇ, ਯਾਦ ਆਉਂਦੇ ਨੇ ਵਕਤ ਪੁਰਾਣੇ, ਤੇ ਖੂਹ ਦੀਆਂ ਟਿੰਡਾਂ ਥੱਕ ਟੁੱਟ ਗਈਆਂ, ਖੂਹ ਇਸ਼ਫਾਕ ਜੀ, ਖੂਹ ਦੀਆਂ ਟਿੰਡਾਂ ਥੱਕ ਟੁੱਟ ਗਈਆਂ, ਦਿਸਣ ਨਾ ਕਿਧਰੇ ਪੀਂਗਾ ਪਈਆਂ, ਤੇ ਹਲ ਪੰਜਾਲੀ ਥੱਕ ਹਾਂ ਬਹਾਰੀ, ਕੜਵਾ ਘਾਗਰ ਪਰੇ ਨਦਾਰੀ, ਤੇ ਅੱਡੋ ਅੱਡ ਰਸੋਈਆਂ ਹੋਈਆਂ, ਵੱਖਰੇ ਚੁੱਲ੍ਹੇ ਵੱਖਰੀਆਂ ਡੋਈਆਂ, ਤੇ ਅੱਖ ਦਾ ਪਾਣੀ ਰੋ ਰੋ ਹੰਬਿਆ, ਦਿਸਣ ਨਾ ਕਿਧਰੇ ਸਾਂਝਾ ਪਈਆਂ। ਤੇ ਬਾਬਾ ਜੀ ਫਿਰ ਡਿਸ਼ ਪ੍ਰਧਾਨ ਹੋਈ ਵਿੱਚ ਕਰਦੇ, ਸ਼ਰਮ ਹਯਾ ਦੇ ਲੈ ਗਏ ਪਰਦੇ, ਤੇ ਪੱਗ ਚੁੰਨੀ ਵੀ ਹੋਈ ਪਰੌਣੀ, ਲੁੱਚ ਪੁਣੇ ਦੀ ਹੋਈ ਫਿਰ ਬਾਉਣੀ, ਤੇ ਬੁੱਢੜੀ ਦਾ ਕੋਈ ਖੂੰਡ ਨਹੀਂ ਫੜਦਾ, ਰਹਿਮਤ ਦਾ ਨਹੀਂ ਬੱਦਲ ਵੱਧਦਾ, ਤੇ ਸੁੰਨੇ ਪਿੰਡ ਦੇ ਦਾਰੇ ਲੱਗਣ। ਹਾਲਾਤ ਬਦਲ ਗਏ ਥੋੜੇ ਜਿਹੇ, ਕਿ ਸੁੰਨੇ ਦਾਰਿਆਂ ਦਾ ਨਹੀਂ ਪਤਾ, ਬਾਬਿਆਂ ਦਾ ਬਹੁਤ ਪਤਾ ਕਿ ਜਿੱਥੇ ਦਾਰੇ ਸਿਆਣੇ ਬੰਦੇ ਦੁਪਹਿਰ ਨੂੰ ਬੈਠੇ ਉੱਥੇ ਗੱਪਸ਼ਪ ਲਾਉਣੀ, ਤੇ ਸੁੰਨੇ ਪਿੰਡ ਦੇ ਦਾਰੇ ਲੱਗਣ, ਬਾਬੇ ਘਰਾਂ 'ਚ ਭਾਰੇ ਲੱਗਣ, ਤੇ ਧੁੱਪਾਂ ਤਲਖੀਆਂ ਵੱਧਦੀਆਂ ਜਾਵਣ, ਰਹਿਮਤ ਦਾ ਨਹੀਂ ਵਰਦਾ ਸਾਮਣ। ਇਹ ਥੋੜਾ ਜਿਹਾ ਵਕਤ ਚੇਂਜ ਹੋ ਗਿਆ, ਪਰ ਪੰਜਾਬ ਦੀ ਖੂਬਸੂਰਤੀ ਇਹਨਾਂ ਬੋਲਦਾਂ ਨਾਲ ਹੀ ਆ, ਪੰਜਾਬ ਦੀ ਖੂਬਸੂਰਤੀ ਇਹਨਾਂ ਵੇਲਣਿਆਂ ਨਾਲ ਹੀ ਆ, ਪੰਜਾਬ ਦੀ ਖੂਬਸੂਰਤੀ ਇਹਨਾਂ ਮਰੱਬਿਆਂ ਡੇਰਿਆਂ ਦੇ ਨਾਲ ਹੀ, ਇਹਨਾਂ ਹੀ ਪੰਜਾਬ ਵੱਸਦਾ। ਔਰ ਪੰਜਾਬ ਦੀ ਅੱਜ ਵੀ ਪਛਾਣ ਇਹੋ ਹੀ ਆ। ਪਰ ਬਾਕੀ ਪੰਜਾਬੀ ਬੋਲੀ ਰਹੀ, ਪੰਜਾਬੀ ਜ਼ੁਬਾਨ ਰਹੀ, ਔਰ ਪੰਜਾਬੀ ਗੱਲਾਂ ਬਾਤਾਂ ਰਹੀ, ਜਿਵੇਂ ਅੰਜਮ ਵੀਰ ਨੇ ਕੰਮ ਕੀਤਾ ਵਾ, ਲੋਕਾਂ ਨੂੰ ਦੱਸਿਆ ਔਰ ਲੋਕਾਂ ਨੂੰ ਮਜਬੂਰ ਕਰਤਾ ਕਿ ਆਓ ਪਿੰਡਾਂ ਨੂੰ ਵਸੇਬ ਇਹ ਵਾ, ਸਕੂਨ ਇੱਥੇ ਆ, ਪਿਆਰ ਇੱਥੇ ਆ, ਮੁਹੱਬਤ ਇੱਥੇ ਆ, ਸਾਂਝ ਇੱਥੇ ਆ। ਅੱਜ ਵੀ ਪਿੰਡਾਂ ਦੇ ਵਿੱਚ ਯਕੀਨ ਕਰਕੇ ਅੰਜਮ ਜੀ, ਉਹ ਜਿਹੜੀ ਉਹ ਕਹਿੰਦੇ ਨੇ ਕਿ ਥਾਂ ਥਾਂ ਰੱਬ ਦੀ ਰਹਿਮਤ ਵਸਦੀ, ਕਿਰਦਾ ਨੂਰ ਸਵੇਰੇ, ਅੱਜ ਵੀ ਸਾਡੇ ਪਿੰਡ ਵਿੱਚ ਆਉਂਦਾ ਵੇਖ ਸਰੂਰ ਸਵੇਰੇ। ਤੇ ਮੈਂ ਸੁਣਿਆ ਜਦ ਪੱਤਰਾਂ ਪੜੀਆਂ ਪਾਕ ਨਬੀ ਦੀਆਂ ਨਾਤਾਂ, ਤੇ ਅੱਲਾ ਕਰਦਾ ਸੀ ਹਰ ਰੁੱਖ ਦਾ ਬੂਰ ਸਵੇਰੇ, ਤੇ ਉਹਦਾ ਵਿਰਦ ਪਕਾਉਂਦੇ ਪੰਛੀ ਚੋਗਾਂ ਲਈ ਉੱਡ ਜਾਂਦੇ, ਤੇ ਉਹਦੀ ਆਸ ਤੇ ਟੁਰ ਪੈਂਦੇ ਨੇ ਸਭ ਮਜ਼ਦੂਰ ਸਵੇਰੇ, ਤੇ ਰੱਬ ਸਲਾਮਤ ਰੱਖੇ ਸੰਧੂ ਚਾਨਣ ਸਾਡੇ ਪਿੰਡ ਦਾ, ਰੱਬ ਕਰੇ ਨਾ ਹੋਣ ਕਦੀ ਵੀ ਸਾਥੋਂ ਦੂਰ ਸਵੇਰੇ, ਰੱਬ ਕਰੇ ਨਾ ਹੋਣ ਕਦੀ ਵੀ। ਅੱਛਾ ਸੰਧੂ ਸਾਹਿਬ, ਔਰ ਬੜਾ ਪੰਜਾਬੀ ਜ਼ੁਬਾਨ ਦੇ ਲੋਕ ਲਖਾਰੀ ਮਿਹਨਤ ਕਰਦੇ ਪਏ ਨੇ, ਇੱਕ ਪੰਜਾਬੀ ਨੂੰ ਸਲੂਟ ਆ। ਜਿਹਨੇ ਵੀ ਹਿੱਸਾ ਪਾ ਰਹੇ ਨੇ। ਦੇਖੋ ਤੁਸੀਂ ਅੱਗੇ ਗੱਲ ਕਰਦੇ ਸੀ ਨਾ ਮਲਕ ਸਾਹਿਬ ਵੀ ਇਹ ਵੀ ਅੰਜਮ ਨੇ ਕੰਮ ਕੀਤਾ, ਮਿਹਨਤ ਕੀਤੀ। ਮੈਂ ਕਹਿੰਦਾ ਇਹ ਰੱਬ ਦੀ ਮਿਹਰ ਨਾ ਹੋਵੇ ਤਾਂ ਕੁਛ ਵੀ ਨਹੀਂ, ਜੋ ਮਰਜ਼ੀ ਫੇਰ ਕਰੀ ਜਾ। ਅਸਲ ਗੱਲ ਆ ਉਹਦੀ ਮਿਹਰ ਜਦੋਂ ਹੋ ਜਵੇ। ਇੱਧਰ ਮੇਰੇ ਵੱਲ ਕਰੀ ਯਾਰ, ਮੈਂ ਗੱਲ ਕਰਦਾ। ਜਦੋਂ ਰੱਬ ਦੀ ਮਿਹਰ ਹੋ ਜਵੇ ਨਾ, ਗੱਲ ਉਦੋਂ ਬਣਦੀ ਆ, ਉਸ ਤੋਂ ਪਹਿਲਾਂ ਨਹੀਂ। ਤੇ ਜਿਹੜੀ ਗੱਲ ਇਹਨਾਂ ਨੇ ਬਜ਼ੁਰਗਾਂ ਦੀ ਕਰਦੇ ਸੀਗੇ, ਇਹਨਾਂ ਦੀ ਮੈਂ ਗੱਲ ਕਰਦਾ ਹੁੰਨਾ। ਇਹਨਾਂ ਵੀ ਉਹ ਸ਼ੇਰਾਂ ਦੀਆਂ ਮਾਰੀਆਂ ਗਿੱਦੜ ਖਾਂਦੇ, ਉਹ ਸ਼ੇਰ ਆ। ਅਸੀਂ ਗਿੱਦੜ ਖਾ ਰਹੇ ਆ, ਇਹਨਾਂ ਦੀਆਂ ਨੇਕੀਆਂ ਦਾ ਜਿਹੜਾ ਸਿਲਾ ਨਾ ਉਹ ਸਾਨੂੰ ਮਿਲ ਰਿਹਾ। ਤੇ ਇਹ ਭਲਾ ਵਕਤ ਇਹਨਾਂ ਦੇ ਨਾਲ ਦੇ ਵਿਛੜੇ ਜਿਹੜੇ ਬਾਹਰ ਦੇ ਵਿੱਚ ਬਾਹਰਲੇ ਮੁਲਕਾਂ 'ਚ ਬੈਠੇ ਆ, ਉਹਨਾਂ ਦੀ ਗੱਲ ਮਲਕ ਸਾਹਿਬ ਨੇ ਕੀਤੀ ਸੀ ਵੀ ਉਹ ਜਿਹੜਾ ਪੰਜਾਬ ਛੱਡ ਕੇ ਗਏ ਸੀਗੇ, ਤਾਂ ਉਹਨਾਂ ਨੂੰ ਫਿਰ ਉਹ ਚੇਤੇ ਆਂਦਾ। ਮੈਂ ਅੰਜਮ ਜੀ ਪਿਛਲੇ ਦਿਨ ਇੱਕ ਮੈਚ ਤੇ ਗਿਆ, ਜਿਹਨਾਂ ਨੂੰ ਮੈਂ ਸੱਚਾ ਵਾਕਿਆ, ਤੇ ਮੁੰਡਾ ਮੈਨੂੰ ਕਹਿੰਦਾ ਕਿ ਮੇਰਾ ਨਾਮ ਆ ਫਲਾਣਾ, ਅੰਬਰਸਰੀਆ ਕਹਿਣਾ ਨਾ। ਅੱਛਾ, ਅੰਬਰਸਰੀਆ ਕਹਿ ਦਿੰਦੇ, ਤੇ ਉਹ ਮੈਂ ਉਹਨੂੰ ਕਹਿ ਰਿਹਾ, ਤੇ ਅੰਬਰਸਰੀਆ ਤੇ
ਮੈਂ ਅੰਮ੍ਰਿਤਸਰੀਆ ਤੇ ਮੈਂ ਗੱਲ ਕਰਤੀ ਕਿ ਉਧਰ ਵਾਲਾ ਘਰ ਨਹੀਂ ਭੁੱਲੇ। ਮੈਨੂੰ ਬਹੁਤ ਚੰਗਾ ਲੱਗਾ ਕਿ ਅੰਮ੍ਰਿਤਸਰੀਆ ਕੋਈ ਹੁਸ਼ਿਆਰਪੁਰੀਆ ਕੋਈ ਲੁਧਿਆਣੇ ਦੀ ਗੱਲ ਕਰਦਾ ਤੇ ਆਪਣੇ ਗੁਰਦਾਸਪੁਰੀ ਦੀ ਗੱਲ ਕਰਦਾ, ਆਪਣੇ ਪੰਜਾਬ ਦੀਆਂ ਗੱਲਾਂ ਕਰਦਾ ਜਿਨ੍ਹਾਂ ਨੂੰ ਕਿਉਂਕਿ ਨਵੀਂ ਪੀੜ੍ਹੀ ਨੂੰ ਤੇ ਨਾ ਪਤਾ, ਪਰ ਪਿਛੋਕੜ ਆਪਣਾ ਜੋੜਿਆ ਵੀ ਬੜੀ ਚੰਗੀ ਗੱਲ ਹੈ ਕਿ ਮੁੰਡਾ ਕਹਿ ਰਿਹਾ ਕਿ ਮੈਨੂੰ ਅੰਮ੍ਰਿਤਸਰੀਆ ਕਹਿ। ਤੇ ਮੈਨੂੰ ਗੱਲ ਚੇਤੇ ਆ ਕਿ ਲਾਈਵ ਮੈਂ ਜਾ ਰਿਹਾ ਸਾਂ ਕਿ ਉਧਰ ਵਾਲਾ ਘਰ ਨਹੀਂ ਭੁੱਲਿਆ, ਸਾਨੂੰ ਅੰਮ੍ਰਿਤਸਰ ਨਹੀਂ ਭੁੱਲਿਆ, ਤੇ ਹਿਜਰਤ ਵਾਲੇ ਦਿਨ ਦਾ ਮੰਜ਼ਰ ਲੱਖ ਭੁਲਾਇਆ ਪਰ ਨਹੀਂ ਭੁੱਲਿਆ। ਅੱਛਾ ਮੈਂ ਗੱਲ ਕੀਤੀ ਤੇ ਮੈਂ ਗੱਲ ਕਰਕੇ ਲੰਘ ਗਿਆ ਗਾਂ ਰੂਟੀਨ ਚ ਸੀ 8 ਸਮੇਂ ਸ਼ੇਰ ਪੜੇ ਕੋਈ ਗੱਲ ਨਹੀਂ ਦੀ ਯਕੀਨ ਕਰਕੇ ਜਾਣਾ ਕਿ ਸਿਆਣਾ ਬੰਦਾ ਮੇਰੇ ਕੋਲ ਇਹ 2017-18 ਦੀ ਗੱਲ ਮੇਰੇ ਲੱਗ ਗਿਆ। ਮੈਨੂੰ ਕਹਿੰਦਾ ਪੁੱਤਰਾ ਕਿੱਥੋਂ ਆਇਆ? ਮੈਂ ਦੱਸਿਆ ਉੱਥੋਂ ਆਇਆ। ਕਹਿੰਦਾ ਯਾਰ ਤੂੰ ਅੰਮ੍ਰਿਤਸਰ ਦੀ ਗੱਲ ਕੀਤੀ। ਬਾਬਾ ਰੋਣ ਲੱਗ ਪਿਆ। ਬਾਬਾ ਰੋਣ ਲੱਗ ਪਿਆ ਸੀ ਨਾ ਉਹਦਾ। ਇਹਨਾਂ ਨੂੰ ਕੀ ਪਤਾ ਕਿ ਕਿਵੇਂ ਆਇਆ ਇੱਥੇ। ਫਿਰ ਮੈਂ ਬਾਬਾ ਜੀ ਕੀ ਮੈਨੂੰ ਸਮਝ ਲੱਗ ਗਈ। ਕਹਿੰਦਾ ਪੁੱਤਰਾ ਮੈਂ ਉਦੋਂ ਸਾਂ ਮੈਂ ਹਲਵਾਲ ਨਾ 16-17 ਸਾਲ ਦਾ 1930 ਦੀ ਮੇਰੀ ਪੈਦਾਇਸ਼ ਹੈ। ਅੰਮ੍ਰਿਤਸਰ ਸਾਡਾ ਜ਼ਿਲ੍ਹਾ ਸੀ, ਆ ਸਾਡਾ ਪਿੰਡ ਸੀ। ਅੰਮ੍ਰਿਤਸਰ ਨਹੀਂ ਭੁੱਲਣ ਦਿਆ। ਉਹ ਕਿੱਥੋਂ ਭੁੱਲਣਾ ਹੋਏ ਯਾਰ ਬਾਬਾ ਮੈਂ ਹੁਣ ਮੈਂ ਉਹ ਸ਼ੇਰ ਪੜ੍ਹਨ ਲੱਗਾ ਬੜਾ ਗਰੇਜ਼ ਕਰਦਾ। ਹੁਣ ਫੈਸਲਾ ਹੋ ਗਿਆ ਕਿ ਬਾਬੇ ਤਕਰੀਬਨ ਜਿਵੇਂ ਨਿਜ਼ਾਮੇ ਕੁਦਰਤ ਆ ਕੋਈ ਪੁਰਾਣੇ ਬੰਦੇ ਟੁਰ ਗਏ ਨੇ, ਕੋਈ ਬੰਦਾ ਲੱਭਦਾ 15-20 ਸਾਲ ਪਹਿਲਾਂ ਕਾਫੀ ਬੰਦੇ ਲੱਭ ਜਾਂਦੇ ਸਨ। ਹਾਂਜੀ ਤੇ ਇਹ ਆ ਕਿ ਚਲੋ ਬਰਕਤ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਉਹ ਸ਼ੇਰਾਂ ਦੀਆਂ ਮਾਰੀਆਂ ਗਿੱਦੜ ਅਸੀਂ ਖਾਈ ਜਾਣ ਡਿਆ ਚੋਈ ਸਾਹਿਬ ਮਾਰੀਆਂ ਇਹਨਾਂ ਦੀਆਂ ਅੱਲਾ ਇਹਨਾਂ ਨੂੰ ਸਲਾਮਤ। ਮੈਂ ਕਹਿੰਦਾ ਬਖਤਾਂ ਦੀ ਗੱਲ ਆ ਕਿ ਸਾਡੇ ਵਿੱਚ ਇਸ ਟਾਈਮ ਸਾਡੀ ਮਹਿਫਲ ਦੇ ਵਿੱਚ ਵੀ ਜੋ ਬਜ਼ੁਰਗ ਬੈਠੇ ਬਾਬੇ ਬੈਠੇ ਇਹ ਤਾਂ ਲੱਭੇ ਨਹੀਂ ਲੱਭਦੇ ਤੇ ਇਹ ਤਰਸਣਗੇ ਲੋਕ ਇਹਨਾਂ ਬਾਬਿਆਂ ਨੂੰ ਜਿਹੜੇ ਬਾਬੇ ਰੱਬ ਨੇ ਸਾਨੂੰ ਦਿੱਤੇ ਜਾਂ ਅਸੀਂ ਵੇਖਦੇ। ਬਾਬਿਆਂ ਦੀ ਮੈਨੂੰ ਗੱਲ ਯਾਦ ਆਈ ਭਲੇ ਵਕਤਾਂ ਦੇ ਵਿੱਚ ਨਾ ਤੇ ਉਹ ਕੋ ਬੰਦਾ ਭਲੇ ਮਾਨਸ ਜਿਹਾ ਪਿੰਡ ਦਾ ਰਹਿਣ ਵਾਲਾ ਤੇ ਉਹ ਚਲਿਆ ਗਿਆ ਹਜ ਤੇ। ਪਹਿਲੀ ਵਾਰੀ ਜਹਾਜ਼ ਦੇ ਵਿੱਚ ਬੈਠਾ ਤੇ ਉੱਥੇ ਜਾ ਕੇ ਨਾ ਜਿਸ ਟਾਈਮ ਜਹਾਜ਼ ਪਹੁੰਚਿਆ ਤੇ ਇਦਾਂ ਕਰਕੇ ਨਾ ਉਹਨੇ ਝੋਲੀ 'ਚ ਇਦਾਂ ਸਾਫਾ ਰੱਖਿਆ ਤੇ ਉਤਰਨ ਲੱਗਾ ਨਾ ਉੱਠਣ ਲੱਗਾ ਤੇ ਉਹਦੇ ਕੋਲ ਉੱਠ ਨਾ ਹੋਇਆ। ਉਹ ਡਰ ਗਿਆ। ਉਹ ਕਹਿੰਦਾ ਵੀ ਖਬਰ ਹੈ ਜਿਹੜੇ ਗੁਨਾਹ ਗਨੂ ਕੀਤੇ ਨਾ ਵੀ ਉਹ ਅੱਗੇ ਆ ਗਏ ਵੀ ਪਾਕ ਥਾਂ ਤੇ ਉਤਰਨਾ ਸੀ ਵੀ ਉਤਰਨ ਨਹੀਂ ਦੇ ਰਿਹਾ ਹੁਣ ਮਾਲਕ ਮੈਨੂੰ ਨਾ ਵੀ ਗੁਨਾਹ ਅੱਗੇ ਆ ਗਏ। ਉਹ ਲੱਗ ਗਿਆ ਤੋਬਾ ਕਰਨ। ਤੋਬਾ ਕਰਦੇ ਨਾਲ ਜਨਾਨੀ ਬੈਠੀ ਉਹਦੀ ਕਰਦੇ ਨਾ ਜਿਹੜੀ ਕੋਈ ਚੋਰੀ ਵਿਆਹ ਕੀਤਾ ਹੋਇਆ ਸੀ ਉਹਦੀ ਵੀ ਤੋਬਾ ਵਿੱਚੇ ਕਰ ਲਈ। ਜਨਾਨੀ ਨੇ ਸੁਣ ਵੀ ਲਿਆ ਉਹ ਵੀ ਵਿੱਚੇ ਤੋਬਾ ਕਰ ਲਈ। ਉਹ ਜਿਹੜੀ ਵਿੱਚ ਨਹੀਂ ਹੁੰਦੀ ਕੁੜੀ ਇਹ ਹੋਸਟਸ ਉਹ ਨੱਸੀ ਆਈ ਕਹਿੰਦੀ ਬਾਬਾ ਕੀ ਹੋਇਆ ਤੈਨੂੰ? ਉਹ ਕਹਿੰਦਾ ਵੀ ਮੈਂ ਨਾ ਉਹ ਉੱਠ ਨਹੀਂ ਹੋ ਰਿਹਾ ਵੀ ਪਾਕ ਧਰਤੀ ਤੇ ਉਤਰਨਾ ਸੀ ਤੇ ਰੱਬ ਨੇ ਖਬਰੇ ਗੁਨਾਹਾਂ ਦੇ ਪਿੱਛੇ ਨਾ ਮੈਨੂੰ ਇੱਥੇ ਰੋਕ ਲਿਆ। ਤੇ ਭਲਾ ਬੰਦਾ ਸੀ ਉਹ ਜਨਾਨੀ ਨੇ ਨਾ ਉਹ 에ਅਰ ਹੋਸਟਸ ਨੇ ਉਹਦਾ ਸਾਫ ਇੰਜ ਕਰਕੇ ਚੱਕ ਕੇ ਕਹਿੰਦੀ ਬਾਬਾ ਬੈਲਟ ਤਾਂ ਖੋਲ। ਬੈਲਟ ਖੋਲੇ ਬਾਬਾ ਕਹਿੰਦਾ ਨਾ ਘਾਟਾ ਬਹੁਤ ਖਾ ਗਿਆ ਬੜਾ ਘਾਟੇ ਦਾ ਕਰ ਲਿਆ ਅਰਬੀ ਜੇ ਤੇ ਉਹ ਬਾਬਾ ਜੀ ਉਹ ਕਿੱਥੇ ਹੁਣ ਉਹ ਪੂਰ ਲੱਭਣਾ ਉਹ ਪੂਰ ਨਹੀਂ ਲੱਭਣਾ। ਤੇ ਬਾਕੀ ਆਪਣਾ ਮਲਕ ਸਾਹਿਬ ਆ ਪਰਦੇਸੀ ਬੈਠਾ ਨਾ ਅੱਗੇ ਮੈਂ ਤੇ ਸ਼ਫਾਕ ਗੱਲਾਂ ਕਰਦੇ ਸੀ ਤੇ ਉਹ ਇਹਨਾਂ ਨੇ ਕਿਹਾ ਜੀ ਉਹ ਪਰਦੇਸੀਆਂ ਵਾਸਤੇ ਕੋਈ ਨਾ ਗੱਲ ਕਰੇ। ਮੈਂ ਕਿਹਾ ਵੀ ਅਸੀਂ ਉਹਨਾਂ ਵਾਸਤੇ ਕੀ ਗੱਲ ਕਰਨੀ ਉਹ ਗੱਲਾਂ ਕਰਨ ਉਹ ਕਾਮੇ ਪੋਤਾ ਉਹਨਾਂ ਨੇ ਘਰ ਚਲਾਇਆ ਹੈ ਉਹਨਾਂ ਦਾ ਹੱਕ ਬਣਦਾ ਵੀ ਉਹ ਗੱਲਾਂ ਸਾਨੂੰ ਵੀ ਦੱਸਣ ਅਸੀਂ ਉਹਨਾਂ ਨੂੰ ਕੀ ਦੱਸਣੀ। ਹਾਂਜੀ ਭਾਜੀ ਉਹ ਮੈਂ ਕਹਿੰਦਾ ਹੁੰਦਾ ਅਕਸਰ ਰੇਡੀਓ ਸ਼ੋਅ ਦੇ ਵਿੱਚ ਵੀ ਕਿ ਜਿਸ ਤਰ੍ਹਾਂ ਅਸੀਂ ਨਾ ਧੀ ਭੈਣ ਦੀ ਸ਼ਾਦੀ ਕਰੀ ਦੀ ਘਰੋਂ ਤੇ ਜਿਵੇਂ ਮਰਜ਼ੀ ਨਾਦ ਰੱਖਣੀ ਪਾਲੀ ਹੁੰਦੀ ਹੈ ਪਰ ਜਦੋਂ ਸਹੁਰੇ ਘਰ ਜਾਣਾ ਤੇ ਫਿਰ ਹਾਲਾਤ ਬਦਲਦੇ ਜੋ ਮਰਜ਼ੀ ਹੋ ਜੇ ਫਿਰ ਵੱਡੇ ਸਿਆਣੇ ਨੂੰ ਇਹੀ ਮੱਤ ਦਿੰਦੇ ਨੇ ਪੁੱਤਰਾ ਜਾ ਕੇ ਧੀ ਰਾਣੀਆਂ ਸੇ ਇਹਨਾਂ ਨਾਲ ਕੋਆਪਰੇਟ ਕਰਨਾ ਹੀ ਕੰਮ ਕਰਨਾ ਹੀ ਤੇ ਜੇ ਉਹਨਾਂ ਨੂੰ ਵੀ ਕਹੀਦਾ ਵੀ ਸਾਡੀ ਲਾਡਲੀ ਹੀ ਮਾੜਾ ਮੋਟਾ ਦਾ ਖਿਆਲ ਰੱਖੋ ਜੇ ਕਦੇ ਵਾਧਾ ਘਾਟਾ ਕਰੇ ਸਾਨੂੰ ਕਹਿ ਦੇ ਇਹਨੂੰ ਕੁਛ ਨਾ ਹਾਂਜੀ ਹੁੰਦਾ ਮਾਮਲਾ। ਤੇ ਜਿਹੜੇ ਪਰਦੇਸੀ ਵਾਲਾ ਪੁੱਤਰ ਇਹਨਾਂ ਨੂੰ ਮੈਂ ਉਹ ਧੀਆਂ ਨਾਲ ਤਸ਼ਬੀਹ ਦਿੰਦਾ ਉਹਨਾਂ ਨਾਲ ਜੋੜਦਾ ਵਾਂ। ਇਹ ਜਿਹੜੇ ਇੱਥੇ ਕਦੀ ਕੰਮ ਨਹੀਂ ਕਰਕੇ ਰਾਜੀ ਕਦੀ ਆਪਣੀ ਮਰਜ਼ੀ ਨਾਲ ਗਲਾਸ 'ਚ ਪਾਣੀ ਪਾ ਕੇ ਨਹੀਂ ਪੀਂਦੇ ਰੋਹ ਪਾਉਂਦੇ ਘਰ ਤੇ ਅੱਜ ਫਿਰ ਟਿੰਡੇ ਪਕਾ ਲਿਆ ਮੈਂ ਨਹੀਂ ਖਾਂਦਾ ਰੋਟੀ। ਇਹ ਉਹ ਲੋਕ ਨੇ ਜਦੋਂ ਉਹਨਾਂ ਨੂੰ ਪ੍ਰਦੇਸ਼ ਘਲਾਈ ਦਾ ਉੱਥੇ ਜਾ ਕੇ ਨਾਲ ਨਖਰਿਆਂ ਦੇ ਪਲੇ ਆਪਣੇ ਹੱਥ ਨਾਲ ਰੋਟੀਆਂ ਪਕਾਉਂਦੇ ਨੇ ਆਪੇ ਵਿਚਾਰੇ ਕੰਮ ਕਰਦੇ ਨੇ ਆਪੇ ਘਰਾਂ ਦੀਆਂ ਸਫਾਈਆਂ ਵੀ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਸਾਨੂੰ ਵੀ ਪਾਲਦੇ ਨੇ ਉੱਥੇ ਬੈਠ ਕੇ ਸਾਡੇ ਵਾਸਤੇ ਲੰਗਰ ਤੇ ਇਹਨਾਂ ਨੂੰ ਭਾਈ ਸਲੂਟ ਆ ਜਿਹੜੇ ਲੋਕ ਉੱਥੇ ਪ੍ਰਦੇਸ਼ਾਂ 'ਚ ਬੈਠ ਕੇ ਟੱਬਰਾਂ ਨੂੰ ਪਾਲਦੇ ਪਏ ਨੇ ਖਾਨਦਾਨ ਨੂੰ ਪਾਲਦੇ ਨੇ ਔਰ ਜਾ ਕੇ ਤਕਲੀਫਾਂ ਉੱਥੋਂ ਦੀਆਂ ਇਹਨਾਂ ਨੂੰ ਪਤਾ ਸਾਨੂੰ ਨਹੀਂ ਪਤਾ। ਅਸੀਂ ਸਿਰ ਮੈਸੇਜ ਕਰੀਦਾ ਕਿ ਮੋਬਾਈਲ ਚਾਹੀਦਾ ਅਸੀਂ ਮੈਸੇਜ ਕਰੀਦਾ ਕਿ ਵਿਆਹ ਆ ਗਿਆ ਇੰਨੇ ਕੱਪੜੇ ਚਾਹੀਦੇ ਆ ਸਾਨੂੰ ਜੁੱਤੀਆਂ ਚਾਹੀਦੀਆਂ ਵਿਚਾਰੇ ਜਿਸ ਪਤਾ ਨਹੀਂ ਕਿਸ ਤਰ੍ਹਾਂ ਮੈਨੇਜ ਕਰਕੇ ਸਾਡਾ ਇਹ 125 ਦਾ ਜੀ ਟੈਲੀਫੋਨ ਜਾਂਦਾ ਇੱਥੋਂ 125 ਦਾ ਕਿ ਨਵਾਂ ਸਪੀਕਰ ਆ ਗਿਆ ਤੂੰ ਸਪੀਕਰ ਨੂੰ ਚੱਕਣਾ ਪੁਰਾਣੇ ਸਪੀਕਰ ਵਾਲਾ ਹੇਠ ਡੇਗਦਾ ਦਿਮਾਗ ਦੇਖ ਯਾਰ ਕੈਸੇ ਆ ਉਹ ਸਾਨੂੰ ਬੇਵਕੂਫ ਬਣਾਇਆ ਉਹ ਉੱਤੇ ਸਪੀਕਰ ਨਵਾਂ ਛਾਪ ਦਿੰਦੇ ਆ ਕਹਿੰਦੇ ਜੀ ਨਵਾਂ ਆ ਗਿਆ ਸਪੀਕਰ ਬਦਲ ਕੇ ਤੇ ਇਦਾਂ ਦੇ ਕੰਮ ਕਰਦੇ। ਤੇਰੇ ਹੱਥਾਂ ਦੇ ਵਿੱਚ ਹਾਲੀਆ ਮੇਰੇ ਸੋਹਣੇ ਦੇਸ਼ ਦੀ ਲੱਜ ਤੂੰ ਨਿਰੀ ਗੁਨਾਹ ਦੀ ਗਠੜੀ ਤੈਨੂੰ ਲੱਖ ਹਜ਼ਾਰਾਂ ਚੱਜ ਤੇ ਰਵੇ ਸਪਰਦੀ ਤੇਰੀ ਕਾੜਨੀ ਤੇਰੇ ਕਿੱਲੇ ਮੱਜੀ ਵੱਜ ਤੇ ਤੈਨੂੰ ਕਦੇ ਨਾ ਅੰਤਰ ਓੜਕਾਂ ਤੈਨੂੰ ਅੱਲਾ ਦੇਵੇ ਰੱਜ ਤੇ ਰਹਿਣ ਸਦਾ ਧਮਾਲਾਂ ਪਾਉਂਦੇ ਤੇਨੇ ਦਾਣੇ ਛੱਡਦੇ ਛੱਜ ਤੇਰੇ ਹੱਥਾਂ ਦੇ ਵਿੱਚ ਵਾਹ ਜੀ ਵਾਹ ਜੀ ਵਾਹ। ਅੱਜ ਦੀ ਗੱਲਬਾਤ ਦਾ ਜਿਹੜਾ ਮੈਂ ਸਮਝਿਆ ਕਿ
ਇਹ ਦੂਸਰਾ ਲੱਭੇ ਲਵਾ ਵਿਆਹ ਹੀ ਆ ਕਿ ਬਜ਼ੁਰਗਾਂ ਦੇ ਕੋਲ ਜਾ ਕੇ ਜ਼ਰੂਰ ਵਿਆਹ ਕਰੋ, ਇਹਨਾਂ ਨੂੰ ਜ਼ਰੂਰ ਟਾਈਮ ਦਿਆ ਕਰੋ। ਇਹ ਸਾਡੇ ਟਾਈਮ ਦੇ ਭੁੱਖੇ ਨੇ, ਸਾਡੇ ਪੈਸਿਆਂ ਦੇ ਬਿਲਕੁਲ ਨਹੀਂ ਜੋ ਭੁੱਖੇ। ਅੱਲਾ ਇਹਨਾਂ ਨੂੰ ਸਲਾਮਤ ਰੱਖੇ। ਔਰ ਨਾਲੇ ਕਹਿੰਦੇ ਨੇ ਅੰਜਮ ਜੀ, ਸਿਆਣੇ ਬੰਦੇ ਆਂਦੇ ਨੇ ਕਿ ਮੇਰੇ ਉਸਤਾਦ ਆਂਦੇ ਹੁੰਦੇ ਵੀ ਕਦੀ ਬਜ਼ੁਰਗਾਂ ਕੋਈ ਵਿਆਹ ਕਰੋ। ਅੱਜ ਅਸੀਂ ਗੂਗਲ ਦੇ ਕੋਲ ਹੀ ਬਹਿਣ ਲੱਗ ਪਏ ਹਾਂ ਬਹੁਤਾ, ਹਰ ਚੀਜ਼ ਗੂਗਲ ਤੋਂ ਨਹੀਂ ਜੋ ਮਿਲਦੀ, ਇਹਨਾਂ ਕੋਲ ਜਿਹੜੀ ਸ਼ਾਇਦ ਲੱਭਦੀ ਗੂਗਲ ਤੋਂ ਨਹੀਂ ਜੋ ਲੱਭਣੀ, ਜੋ ਮਰਜ਼ੀ ਹੋ ਜੇ। ਇਹਨਾਂ ਦਾ ਕੋਈ ਟਾਈਮ ਦਿਆ ਕਰੋ ਕਿ ਵੱਡਿਆਂ ਬਜ਼ੁਰਗਾਂ ਦਾ ਸਾਇਆ ਰਵੇ ਸਿਰ ਤੇ, ਰੱਬ ਅੱਗੇ ਸਦਾ ਫਰਿਆਦ ਕਰੀਏ ਤੇ ਰਾਜੇ ਖੇਲੇ ਜੱਗ ਭਾਵੇਂ ਸਾਰਾ ਰੁੱਸ ਜੇ, ਬਜ਼ੁਰਗਾਂ ਨੂੰ ਕਦੇ ਨਾ ਨਾਰਾਜ਼ ਕਰੀਏ। ਅੱਜ ਪੰਜਾਬੀਅਤ ਦੀ ਗੱਲ ਹੋਈ, ਪੰਜਾਬੀ ਦੀ ਗੱਲ ਹੋਈ, ਔਰ ਸਾਡਾ ਵੀਰਾ ਇਹ ਬਹੁਤ ਚੰਗਾ ਲੱਗਾ ਕਿ ਸਾਡਾ ਵੀਰ ਸਮੁੰਦਰੋਂ ਪਾਰ ਵਸਦਾ ਪਿਆ, ਫਿਰ ਵੀ ਦਿਲ 'ਚ ਪੰਜਾਬ ਦਕ ਦਕ ਕਰਦਾ। ਅੱਜ ਪੰਜਾਬੀ ਜ਼ੁਬਾਨ ਚੰਗੀ ਲੱਗੀ, ਪੰਜਾਬ ਚੰਗਾ ਲੱਗਾ, ਪੰਜਾਬ ਦਾ ਵਸੇਬ ਚੰਗਾ ਲੱਗਾ। ਡੇਰੇ ਜਾਂ ਕੋਠੀਆਂ ਕਹਿੰਦੇ ਨੇ ਕਿ ਮੈਂ ਆਲਣਾ ਮਿੱਟ ਦੀ ਸੋਚਦਾ, ਮੈਂ ਅੱਖਰਾਂ ਦਾ ਫਨਕਾਰ ਹਨ ਅੱਜ ਵੀ ਡੇਰੇ ਢਾਰੀਆਂ ਮੇਰੇ ਚੇਤੇ ਦੇ ਵਿਚਕਾਰ, ਪਰ ਨਾ ਡੇਰਿਆਂ ਹੁੱਕੇ ਭਖਦੇ, ਨਾ ਸੱਥੀ ਯਾਰ ਪ੍ਰੀਤ, ਨਾ ਕੁੜੀਆਂ ਪਾਵਣ ਕਿੱਕਲੀ, ਨਾ ਗਾਉਣ ਖੁਸ਼ੀ ਦੇ ਗੀਤ। ਅੱਜ ਬਦਲ ਗਿਆ, ਨਿਜ਼ਾਮ ਬਦਲ ਗਿਆ ਥੋੜਾ ਜਿਹਾ, ਅੱਜ ਤਬਦੀਲੀ ਆ ਗਈ ਹੈ, ਚੇਂਜ ਆ ਗਿਆ। ਲੇਕਿਨ ਖੁਦਾ ਦਾ ਵਾਸਤਾ ਅੰਜਮ ਦੇ ਵੀ ਇਹ ਦੁੱਖ ਨਾਲ ਗੱਲ ਕੀਤੀ ਆ ਕਿ ਭਾਵੇਂ ਵਸ ਜਾਓ ਜਾ ਕੇ ਸਮੁੰਦਰੋਂ ਪਾਰ, ਕੰਮ ਕਾਰੋਬਾਰ ਜਿੱਥੇ ਮਰਜ਼ੀ ਕਰੋ, ਆਪਣੀ ਮਿੱਟੀ ਨੂੰ, ਆਪਣੀ ਭੋਏ ਨੂੰ, ਆਪਣੇ ਬਜ਼ੁਰਗਾਂ ਨੂੰ, ਆਪਣੀ ਧਰਤੀ ਨੂੰ ਤੇ ਆਪਣੇ ਪਿੰਡ ਦੇ ਘਰਾਂ ਨੂੰ ਸੁਣਿਆ ਨਾ ਕਰਿਆ ਕਰੋ। ਅੱਲਾ ਜਾਣਦਾ, ਆਵਾਜ਼ਾਂ ਮਾਰਦੇ ਨੇ, ਇਹ ਡੀਕਦੇ ਨੇ ਕਿ ਸਾਡੇ ਬੱਸਾਂ ਵਾਲੇ ਕਿੱਥੇ ਟੁਰ ਗਏ, ਔਰ ਉਹ ਬੜੇ ਕਲਿਆਂ ਨਾਲ ਜਾਂਦੇ ਨੇ ਬੰਦੇ। ਔਖਾ ਕੰਮ ਹੈ ਜਦਾਈ, ਲੇਕਿਨ ਕੋਸ਼ਿਸ਼ ਕਰਿਆ ਕਰੋ ਕਿ ਪਿੰਡ ਆਇਆ ਕਰੀਏ। ਔਰ ਜਿਹੜੇ ਲੋਕ ਕਦੀ ਕਦੀ ਅੰਜਮ ਜੀ ਮੈਂ ਜ਼ਰੂਰ ਕਹਾਂਗਾ ਗੱਲ ਕਿ ਜਿਹੜੇ ਲੋਕ ਵੀਰ ਚਾਚੇ ਤਾਏ ਪੁੱਤਰ ਪਤਰੇਰ ਮਾੜੇ ਕਮਜ਼ੋਰ ਹੋ ਜਾਂਦੇ ਨੇ ਮਾਲੀ ਤੌਰ ਤੇ, ਉਹਨਾਂ ਨੂੰ ਮੋਢਾ ਲਾਇਆ ਕਰੋ ਕਿ ਪਿੰਡ ਆਬਾਦ ਰੱਖਣ, ਪਿੰਡ ਆਬਾਦ ਰੱਖਣ, ਤੇ ਉਹ ਬਹੁਤ ਜ਼ਰੂਰੀ ਆ ਕਿਉਂਕਿ ਇਸ ਤੋਂ ਬਗੈਰ ਸਿਸਟਮ ਚੱਲਦਾ ਨਹੀਂ। ਬਾਹਰ ਕੈਫ ਇਹ ਅੰਜਮ ਸਾਹਿਬ ਦਾ ਬਹੁਤ ਸ਼ੁਕਰੀਆ ਕਿ ਇਹਨਾਂ ਦੇ ਚੈਨਲ ਤੇ ਮੇਰੀ ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹਿੰਦੀ ਆ, ਔਰ ਇਸ਼ਫਾਕ ਸਾਹਿਬ ਦੇ ਚੈਨਲ ਤੇ ਵੀ ਕਦੀ ਕਦੀ ਇਨਸ਼ਾਅੱਲਾ ਮੁਲਾਕਾਤ ਹੁੰਦੀ ਰਿਹਾ ਕਰੇਗੀ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ। ਫਿਰ ਕਿਤੇ ਇਨਸ਼ਾਅੱਲਾ ਕਿਸੇ ਕਬੱਡੀ ਮੈਚ ਤੇ ਮੁਲਾਕਾਤ ਹੋਏਗੀ, ਕਿਤੇ ਰੇਡੀਓ ਚੈਨਲ ਤੇ ਮੁਲਾਕਾਤ ਹੋਏਗੀ, ਜਾਂ ਕਿਤੇ ਅੰਜਮ ਸਰੋਏ ਦੇ ਕੋਲ ਮੁਲਾਕਾਤ ਹੋਣਾ ਹੋਏਗੀ। ਇਹਦੀ ਮਿਹਰਬਾਨੀ ਹੈ ਕਿ ਮੁਲਾਕਾਤ ਕਰਾਉਣ। ਬੜੀ ਮਿਹਰਬਾਨੀ। ਹੋ ਗਿਆ ਜੀ, ਉਹ ਜੰਦਰਾ ਹੀ ਮਾਰਤਾ, ਜੰਦਰਾ ਹੀ ਸ਼ਟਰ ਥੱਲੇ ਸਿੱਟ ਕੇ ਨਾ ਜੰਦਰਾ ਲਾਤਾ, ਜੰਦਰਾ ਹੀ ਲਾਤਾ ਨਾਲ। ਸਾਡੇ ਭਾਈ ਬੜੇ ਹੀ ਪਿਆਰੇ ਮਿੱਤਰ ਸ਼ਬਾਜ਼ ਸਾਹਿਬ ਸਾਡੇ ਨਾਲ ਹੈ। ਪਿੰਡ ਹੈ ਜੀ ਇਹਨਾਂ ਦਾ 399 ਗਾਹਬੇ ਸਮੁੰਦਰੀ ਦੇ ਨਾਲ। ਇਹ ਭਾਈ ਦਿਲਸ਼ਾਦ ਦੇ ਪਿੰਡ ਦੇ ਆ, ਲੰਬੜਦਾਰ ਸਾਹਿਬ ਹੈ ਜੀ ਇਹਨਾਂ ਦੇ ਪਿੰਡ ਦੇ ਆ। ਇਹ ਸਾਡੇ ਕੋਲੇ ਆਏ ਆ, ਔਰ ਅਸੀਂ, ਤੁਸੀਂ ਯਕੀਨ ਕਰੋ, ਇਹਨਾਂ ਨੂੰ ਦੇਖ ਕੇ ਇੱਕ ਜ਼ਿੰਦਗੀ ਦਾ ਸਬਕ ਸਿੱਖਿਆ ਵਾ। ਇਹਨਾਂ ਨੇ ਕਿਹਾ ਜੀ ਮੈਂ ਆਪਣੇ ਦੋਨੋਂ ਹੱਥ ਹੈ ਹੀ ਨਹੀਂ, ਉਹਨਾਂ ਦੇ ਬਾਵਜੂਦ ਸਾਰੇ ਕੰਮ ਖੁਦ ਕਰ ਲੈਂਦਾ। ਕਿਆ ਬਾਤ। ਤੇ ਇਹ ਤੁਹਾਨੂੰ ਹੁਣ ਜੀ ਤੁਹਾਡੇ ਸਾਹਮਣੇ ਕਈ ਚਲਾ ਕੇ ਦਿਖਾਣਗੇ, ਬਾਕੀ ਵੀ ਸਾਰੇ ਕੰਮ ਕਰ ਲੈਂਦੇ ਆ। ਇੱਕ ਕੰਮ ਇਹ ਤੁਹਾਡੇ ਸਾਹਮਣੇ ਕਰਨਗੇ, ਔਰ ਤੁਸੀਂ ਇਹਨਾਂ ਨੂੰ ਦੇਖ ਕੇ ਸਬਕ ਸਿੱਖੋਗੇ ਕਿ ਮਜ਼ਦੂਰੀ ਨੂੰ ਕਦੀ ਵੀ ਮੰਗਣ ਨਾਲ ਨਾ ਲੈ ਕੇ ਜਾਓ। ਹਮੇਸ਼ਾ ਹਿੰਮਤ ਨਾਲ ਕੰਮ ਕਰੋ, ਹਮੇਸ਼ਾ ਕਦੀ ਵੀ ਹਿੰਮਤ ਨਾ ਹਾਰੋ। ਸਾਡੇ ਤਾਂ ਇੱਥੇ ਬੰਦੇ ਇਦਾਂ ਦੇ ਵੀ ਹੈਗੇ ਆ ਚੋਸਾ ਪੰਜਾਬ 'ਚ, ਥੋੜਾ ਜਿਹਾ ਸੱਟ ਲੱਗ ਜਾਏ ਨਾ ਲੱਤ ਤੇ ਮੰਗਣਾ ਸ਼ੁਰੂ ਕਰ ਦਿੰਦੇ ਆ। ਤੇ ਇਦਾਂ ਦੇ ਬੰਦੇ ਜਿਹੜੇ ਨਾ ਉਹ ਤਾਂ ਝੂਠੀਆਂ ਪੱਟੀਆਂ ਬਣ ਕੇ ਵੀ ਸ਼ੁਰੂ ਹੋ ਜਾਂਦੇ ਆ। ਪਰ ਇਦਾਂ ਦੇ ਸ਼ਬਾਜ਼ ਭਾਈ ਵਰਗੇ ਬੰਦੇ ਰੱਬ ਨੇ ਰੱਖੇ ਆ। ਸਿਰਫ ਜਿਹੜੇ ਬੰਦੇ ਨਕਾਰੇ ਆ ਉਹਨਾਂ ਲਈ ਅੱਲਾਹ ਤਾਲਾ ਨੇ ਨਿਸ਼ਾਨੀਆਂ ਰੱਖੀਆਂ ਹੋਈਆਂ। ਭਾਈ ਦੇਖੋ ਦੋਵੇਂ ਬਾਜ਼ੂ ਨਹੀਂ ਬੰਦੇ, ਅੰਜਮ ਭਾਈ ਬਾਜ਼ੂ ਬੰਦੇ ਦੋਵੇਂ ਨਹੀਂ, ਕਈ ਤਰ੍ਹਾਂ ਦਾ ਕ੍ਰਿਕਟ ਖੇਡਦਾ, ਸਾਰੇ ਕੰਮ ਕਰਦਾ, ਆਮ ਨਾਰਮਲ ਬੰਦੇ ਦੀ ਜ਼ਿੰਦਗੀ ਗੁਜ਼ਾਰਨ ਲਿਆ। ਦੇਖਿਓ ਜੀ ਆ ਮੋਬਾਈਲ ਫੜ ਲਿਆ, ਖਾਲਾ ਕੱਢ ਲਓ, ਕਾਲਾ ਕਰ ਦੇਗਾ ਬਸ ਇੱਥੇ ਮੜ ਜਾ ਟੱਪਾ ਮਾਰ ਕੇ ਦਿਖਾ ਦੇਵੇ ਜੀ। ਵਾਹ ਜੀ ਵਾਹ। ਉਹ ਜ਼ਿੰਦਾਬਾਦ। ਵਾਹ ਭਾਈ ਕੀ ਬਾਤ, ਮਾਸ਼ਾਅੱਲਾ ਜੀ। ਅਸ਼ਬਾਜ਼ ਪਿੱਛੇ ਰਹਿ ਗਈ ਕੋਈ ਗੱਲ? ਇਹ ਵਾਕਈ ਮੈਸੇਜ ਹੈ, ਮੈਂ ਖੁਦਾ ਦੀ ਕਸਮ ਜਾਨਣ ਕਰ ਜਾਨਣ ਸ਼ਬਾਜ਼ ਦਾ ਵੀ ਯਾਦ ਜ਼ਿੰਦਾਬਾਦ। ਅੱਜ ਕੀ ਕਹਿੰਦੇ ਕ੍ਰਿਕਟ ਖੇਡਦਾ ਅੰਜਮ ਜੀ। ਅੰਜਮ ਜੀ ਕ੍ਰਿਕਟ ਖੇਡਦਾ, ਸਾਰੇ ਕੰਮ ਰੈਗੂਲਰ ਆਮ ਬੰਦਿਆਂ ਨੂੰ ਕਰਦਾ। ਇਹਨੇ ਕਦੀ ਦੱਸਿਆ ਨਹੀਂ ਕਿ ਮੈਂ ਅਪਾਹਜ ਹਾਂ, ਇਹਨੇ ਸਾਬਤ ਹੁੰਦਾ। ਇਹ ਬੰਦੇ ਦੇ ਜ਼ਿਹਨ 'ਚ ਗੱਲ ਆ ਨਾ, ਜਦੋਂ ਬੰਦਾ ਫਿਰ ਵੱਢ ਲੈਂਦਾ ਜੀ, ਫਿਰ ਪੱਠੇ ਚੁੱਕ ਲੈਣਾ, ਫਿਰ ਦਰਖਤ ਛਾਂਗ ਲੈਂਦਾ। ਉਹ ਟਾਲੀ ਜਿਹੜੀ ਉਹ ਇਹਦੇ ਘਾੜੀ ਦੇ ਨਾਲ ਛਾਂਗੇ। ਅੰਜਮ ਭਾਈ ਅੱਲਾ ਦਾ ਸ਼ੁਕਰ ਆ, ਮਾਲਕ ਦਾ ਬੜਾ ਕਰਮ ਆ ਮੇਰੇ ਤੇ। ਮੈਂ ਆਪਣੀ ਜ਼ਿੰਦਗੀ ਦੇ ਸਾਰੇ ਜਿਹੜੇ ਕੰਮ ਆ ਖੁਦ ਕਰ ਲੈਣਾ ਵਾ। ਵੈਸੇ ਹੀ ਬਚਪਨ ਤੋਂ ਮੇਰੇ ਬਾਜ਼ੂ ਨਹੀਂ ਸੀ ਆਏ। ਮੇਰੇ ਵਾਲਦ ਸਾਹਿਬ ਅੱਲਾ ਜਿੰਨਾ ਨਸੀਬ ਕਰੇ, ਉਹਨਾਂ ਨਾਲ ਮੈਂ ਜ਼ਿਮੀਂਦਾਰਾ ਕਰਦਾ ਰਿਹਾ। ਮਾਸ਼ਾਅੱਲਾ, ਜਿੱਦਾਂ ਤੁਸੀਂ ਮੋੜ ਕੇ ਥੱਲੇ ਨਹੀਂ ਉਤਰੇ, ਕੋਈ ਨਾਲ ਹੀ ਆਪਣੀ ਜ਼ਮੀਨ। ਅੱਛਾ ਬੜਾ ਮਾਸ਼ਾਅੱਲਾ, ਹੌਸਲਾ ਦਿੱਤਾ ਮੇਰੇ ਭਰਾਵਾਂ ਨੇ ਪੜਾਇਆ ਮੈਨੂੰ ਮਾਸ਼ਾਅੱਲਾ। ਅੱਜ ਤੱਕ ਇਹਨਾਂ ਨੂੰ ਜੀ ਇਹ ਮੁਲਾਜ਼ਮਤ ਵੀ ਕਰਦੇ ਆ ਮੈਂ ਐਫਏ ਕੀਤੀ। ਸਕੂਲ 'ਚ ਨਾ, ਇਹ ਸਕੂਲ ਦੇ ਵਿੱਚ ਦੱਸੋ ਕੀ ਬਾਤ, ਸਕੂਲ 'ਚ ਮੁਲਾਜ਼ਮਤ ਵੀ ਕਰਦੇ ਆ ਜੀ। ਸਰਕਾਰੀ ਮੁਲਾਜ਼ਮ ਹੀ ਮਾਸ਼ਾਅੱਲਾ ਕੀ ਬਾਤ ਆ ਗਏ ਹੋ ਜਨਾਬ। ਜਨ 12 ਪੜਿਆ, ਕੀ ਬਾਤ। ਰਾਈਟਿੰਗ ਵੀ ਬੜੀ ਉਹ ਆਪਣੇ ਨਾ ਲਿਖਦੇ ਬੜਾ ਪਿਆਰਾ। ਪੈਰਾਂ ਨਾਲ ਪੜਿਆ ਵੀ ਪੈਰਾਂ ਨਾਲ ਲਿਖਦਾ। ਪੈਰਾਂ ਨਾਲ ਵੀ ਲਿਖਦਾ, ਮੂੰਹ ਨਾਲ ਵੀ ਸਾਡੇ ਲਿਖਦਾ। ਇੱਕ ਸ਼ਾਇਰ ਸਨ ਆਸ਼ਿਕ ਹੁਸੈਨ ਕੰਗ ਸਾਹਿਬ, ਅੱਛਾ ਜੀ। ਉਹਨਾਂ ਸਪੈਸ਼ਲ ਤਾਂ ਸ਼ਬਾਜ਼ ਵਾਸਤੇ ਸ਼ੇਰ ਲਿਖਿਆ ਜੀ। ਓਏ ਹੋਏ ਹਾਂ ਕਿ
ਦਿਲੋਂ ਸੀਰਤ ਦੇ ਹੋਣ ਗੁਲਾਮ ਜਿਹੜੇ ਕਦੇ ਸ਼ੋਖ ਅਦਾਵਾਂ ਨੂੰ ਲੱਭਦੇ ਨਹੀਂ ਹਿੰਮਤ ਜਿੰਨਾ ਚ ਹੋਵੇ ਪਰਵਾਜ਼ ਵਾਲੀ ਉਹ ਮੁਵਾਫਕ ਹਵਾਵਾਂ ਨੂੰ ਲੱਭਦੇ ਨਹੀਂ ਤੇ ਜਿੰਨਾ ਰਾਈਆਂ ਦੇ ਹੱਥ ਫੌਲਾਦ ਹੁੰਦੇ ਪੈਂਡੇ ਕੱਟ ਦੇ ਸ਼ਾਮਾਂ ਨੂੰ ਲੱਭਦੇ ਨਹੀਂ ਆਸ਼ਿਕ ਅੱਖ ਦਾ ਪਾਣੀ ਹੀ ਬੜਾ ਹੁੰਦਾ ਡੁੱਬਣ ਵਾਲੇ ਦਰਿਆਵਾਂ ਨੂੰ ਲੱਭਦੇ ਨਹੀਂ ਇੱਕ ਉਰਦੂ ਦਾ ਸ਼ੇਰ ਯਾਦ ਆ ਗਿਆ ਸ਼ਬਾਜ਼ ਭਾਈ ਨੂੰ ਦੇਖ ਕੇ ਇਜਾਜ਼ਤ ਅਤੇ ਸੁਣਾ ਸਾਡੀ ਇਜਾਜ਼ਤ ਦੇ ਕਿਉਂਕਿ ਸ਼ਾਇਰਾਂ ਤੋਂ ਬਗੈਰ ਤਾਂ ਨਹੀਂ ਥੋੜਾ ਜਾਇਆ ਪੁਰਾਣੇ ਜਿੰਨੇ ਤੇਰਾ ਜੀ ਕਰਦਾ ਸੁਣਾ ਜੀ शहबाज भाई वाली ये शेर है कि वो शायर कहता कि ऐ दोस्त मत कर अपने हाथों की लकीरों पर यकीन मुकद्दर उनके भी होते हैं जिनके हाथ नहीं ਨਹੀਂ ਕੋਈ ਸ਼ੱਕ ਨਹੀਂ ਅਜ਼ਾਨਾਂ ਹੋਣ ਲੱਗੀਆਂ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਅੱਲਾਹ ਹਾਫਿਜ਼ ਪਾਕਿਸਤਾਨ